नहमदुहु व नसल्ली अला रसूलिहिल करीम बिस्मिल्लाहिर्रहमानिर्रहीम। प्यारे भरा तो भैणों, अज का कलाम हज़रत बाबा बुल्ले शाह साहब रहमतुल्लाह अलैह दा है। इन्हां दा कलाम पंजाबी विच है। आप फरमाउंदे ने, घड़ियाली दिओ निकाल नी, अज पी घर आया लाल नहीं। इस काफ़ी विच बाबा बुल्ले शाह साहब रहमतुल्लाह अलैह पुराने वक्तां च घंटा वजदा हुंदा सी शहरां विच, तहसील विच, तो ਉਹਨੂੰ ਵਜਾਉਣ ਵਾਲੇ ਨੂੰ ਘੜਿਆਲੀ ਕਹਿੰਦੇ ਸੀ ਤੇ ਘੰਟੇ ਨੂੰ ਘੜਿਆਲ ਕਹਿੰਦੇ ਸੀਗੇ। ਉਹ ਹਰ ਘੰਟੇ ਬਾਅਦ ਜਿੰਨੇ ਵੀ ਘੰਟੇ ਹੁੰਦੇ ਸੀਗੇ ਉਨੀ ਵਾਰੀ ਉਹ ਵੱਜਦਾ ਹੁੰਦਾ ਸੀ। ਫਿਰ ਇਲੈਕਟ੍ਰੋਨਿਕ ਘੜੀਆਂ ਆ ਗਈਆਂ, ਉਹਨਾਂ ਵਿੱਚ ਵੀ ਐਵੇਂ ਸਿਸਟਮ ਆ ਗਿਆ, ਹਰ ਘੰਟੇ ਬਾਅਦ ਉਹ ਘੰਟਾ ਵੱਜਦਾ ਹੁੰਦਾ ਸੀ। ਉਹਦੀ ਗੱਲ ਕਰ ਰਹੇ ਨੇ ਕਿ ਜਿਹੜਾ ਮੇਰਾ ਮੁਰਸ਼ਿਦ ਹੈ ਉਹ ਮੇਰੇ ਘਰ ਆਇਆ ਹੈ। ਦੋ ਤਰ੍ਹਾਂ ਦਾ ਮੁਰਸ਼ਿਦ ਘਰ ਆਉਂਦਾ ਹੈ। ਇੱਕ ਤਾਂ ਜਿਸਮਾਨੀ ਤੌਰ 'ਤੇ ਜਿਵੇਂ ਅਸੀਂ ਜਿਸਮ ਲਏ ਬੈਠੇ ਹਾਂ, ਮੁਰਸ਼ਿਦ ਦਾ ਵੀ ਐਵੇਂ ਜਿਸਮ ਹੁੰਦਾ ਹੈ। ਇੱਕ ਰੂਹਾਨੀ ਤੌਰ 'ਤੇ, ਰੂਹਾਨੀ ਵਜੂਦ ਮੁਰਸ਼ਿਦ ਦਾ ਉਹ ਹੁੰਦਾ ਹੈ ਕਿ ਜਿਹੜਾ ਕਦੀ ਸਾਥ ਸਾਡੇ ਤੋਂ ਨਹੀਂ ਛੱਡਦਾ, ਲੇਕਿਨ ਉਹਨੂੰ ਹਾਸਲ ਕਰਨ ਵਾਸਤੇ ਬੜੀ ਮਿਹਨਤ ਦੀ ਜ਼ਰੂਰਤ ਹੈ ਔਰ ਮੁਰਸ਼ਿਦ ਦੀ ਰਹਿਮਤ ਦੀ ਬੜੀ ਜ਼ਰੂਰਤ ਹੈ, ਤਾਂ ਕਿ ਉਹ ਜਿਹੜਾ ਮੁਰਸ਼ਿਦ ਕਦੀ ਸਾਥ ਨਹੀਂ ਛੱਡਦਾ ਉਹ ਸਾਡੇ ਬਾਤਨ ਵਿੱਚ ਆਉਂਦਾ ਹੈ। ਅੱਖਾਂ ਬੰਦ ਕਰਕੇ ਨੁਕਤਾ ਸਵੈਦਾ ਕਹੋ, ਤੀਸਰੀ ਅੱਖ ਕਹੋ, ਉਹਦੇ ਨਾਲ ਉਹ ਦੇਖਿਆ ਜਾਂਦਾ ਹੈ। ਇਹ ਦੋਨਾਂ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਜਿਸ ਨੂੰ ਮੁਰਸ਼ਿਦ ਉਹਦੇ ਘਰ ਆਇਆ ਹੈ, ਬੜੀ ਜੁਦਾਈ ਤੋਂ ਬਾਅਦ, ਬੜੀ ਤਿਸ਼ਨਗੀ ਜਾਂ ਪਿਆਸ ਕਹੋ, ਮੁਰਸ਼ਿਦ ਦੀ ਚਾਹ ਦੇ ਬਾਅਦ ਫਿਰ ਉਸੇ ਸ਼ਖਸ ਨੂੰ ਜਾਂ ਉਸੇ ਮਰੀਦ ਨੂੰ ਉਸ ਦੀ ਕਦਰ ਹੁੰਦੀ ਹੈ। ਅਤੇ ਇਹੀ ਕਹਿੰਦੇ ਨੇ ਕਿ ਅੱਜ ਘੜਿਆਲੀ ਦਿਓ ਨਿਕਾਲ ਨਹੀਂ, ਪੀ ਘਰ ਆਇਆ ਲਾਲ ਨਹੀਂ। ਕਿ ਇਹ ਘੜੀ ਵਜਾਉਣੇ ਵਾਲਿਆ ਘੜਿਆਲੀਆ, ਤੂੰ ਆਪਣੀ ਘੜੀ ਨੂੰ ਵਿੱਚੋਂ ਨਿਕਾਲ ਦੇ। ਮਸੀਂ ਮਸੀਂ ਮੇਰਾ ਮੁਰਸ਼ਿਦ ਮੇਰੇ ਘਰ ਆਇਆ ਹੈ ਅਤੇ ਹੁਣ ਤੇਰਾ ਟਾਈਮ ਇਹ ਦੱਸਦਾ ਪਿਆ ਹੈ ਕਿ ਹੁਣ ਇੰਨੇ ਵੱਜ ਗਏ, ਹੁਣ ਇੰਨੇ ਵੱਜ ਗਏ। ਤੂੰ ਇਹ ਘੜੀ ਜਾਂ ਘੜਿਆਲ ਬਣਾਉਣਾ ਜਿਹੜਾ ਉਹ ਛੱਡ ਦੇ, ਤਾਂ ਕਿ ਮੈਂ ਸਦਾ ਦੇ ਵਾਸਤੇ ਆਪਣੇ ਮੁਰਸ਼ਿਦ ਨੂੰ ਆਪਣੇ ਕੋਲ ਰੱਖ ਸਕਾਂ ਅਤੇ ਉਹਦਾ ਦੀਦਾਰ ਕਰ ਸਕਾਂ। ਅਤੇ ਮੁਰਸ਼ਿਦ ਦੇ ਨਾਲ ਮਸਤ ਹੋ ਜਾਵਾਂ। ਅਤੇ ਇਸੇ ਕਾਫੀ ਵਿੱਚ ਇੱਕ ਅਜ਼ਲੀ ਸਾਜ਼ ਦਾ ਵੀ ਜ਼ਿਕਰ ਕਰਦੇ ਨੇ ਕਿ ਇੱਕ ਅਜ਼ਲ ਤੋਂ ਇੱਕ ਸਾਜ਼, ਆਵਾਜ਼, ਕਲਮਾ, ਸੌਤੇ ਸਰਮਦੀ ਅੰਦਰ ਹੋ ਰਹੀ ਹੈ। ਉਹ ਵੀ ਮੁਰਸ਼ਿਦ ਦੀ ਇੱਕ ਸ਼ਕਲ ਹੈ। ਮੁਰਸ਼ਿਦ ਤਿੰਨ ਸ਼ਕਲਾਂ ਵਿੱਚ ਹੈ। ਇੱਕ ਤਾਂ ਸਾਡੇ ਸਾਹਮਣੇ ਵਜੂਦ ਵਿੱਚ ਬੈਠਾ ਹੁੰਦਾ ਹੈ, ਉਹ ਹਰ ਤਰ੍ਹਾਂ ਸਾਡੀ ਗੱਲ ਸੁਣਦਾ, ਜਵਾਬ ਦਿੰਦਾ, ਦਰਸ ਦਿੰਦਾ, ਸਾਰਾ ਇੰਤਜ਼ਾਮ ਕਰਦਾ। ਇੱਕ ਉਹ ਨੂਰੀ ਜਿਹੜਾ ਪਹਿਲੇ ਵੀ ਅਰਜ਼ ਕਰ ਚੁੱਕਾ ਵਾਂ, ਇੱਕ ਉਹ ਹੁੰਦਾ ਜਿਹੜਾ ਹਰ ਵਕਤ ਸਾਡੇ ਨਾਲ ਹੁੰਦਾ। ਇੱਕ ਆਵਾਜ਼ ਨਾਲ ਵੀ ਉਹ ਸਾਡਾ ਹੁੰਦਾ, ਜਿਹਨੂੰ ਕਲਮਾ ਵੀ ਕਿਹਾ ਗਿਆ ਹੈ, ਉਹ ਵੀ ਇੱਕ ਮੁਰਸ਼ਿਦ ਦੀ ਸ਼ਕਲ ਹੈ। ਉਹ ਵੀ ਨਹੀਂ ਛੱਡਦਾ। ਜਿਹਦੀ ਵੀ ਆਵਾਜ਼ ਮੁਰਸ਼ਿਦ ਦੀ ਰਹਿਮਤ ਨਾਲ ਖੁੱਲ੍ਹ ਜਾਵੇ ਤਾਂ ਉਹ ਮੁਰਸ਼ਿਦ ਹੀ ਹੁੰਦਾ ਜਿਹੜਾ ਨਾਲ ਨਾਲ ਫਿਰਦਾ ਹੁੰਦਾ ਹੈ। ਸਿਰਫ ਅਸੀਂ ਉਸ ਨੂੰ ਇੱਕ ਆਵਾਜ਼ ਦਾ ਨਾਂ ਦਿੱਤਾ ਹੈ, ਉਸ ਨੂੰ ਨੂਰੀ ਸ਼ਬੀਹ ਦਾ ਨਾਂ ਦਿੱਤਾ ਹੈ, ਇਸ ਨੂੰ ਜਿਸਮਾਨੀ ਵਜੂਦ ਦਾ ਨਾਂ ਦਿੱਤਾ ਹੈ। ਹੁੰਦੇ ਸਾਰੇ ਇੱਕ, ਕਿਸੇ ਸ਼ਕਲ 'ਚ ਵੀ ਆ ਸਕਦੀ ਉਹ ਜ਼ਾਤ, ਪੈਗੰਬਰਾਂ ਦੀ ਸ਼ਕਲ 'ਚ, ਖਿਜ਼ਰ ਦੀ ਸ਼ਕਲ 'ਚ, ਮੁਰਸ਼ਿਦ ਦੀ ਸ਼ਕਲ 'ਚ, ਹਰ ਇਨਸਾਨ ਜਾਨ ਬੇਜਾਨ ਦੀ ਸ਼ਕਲ 'ਚ। ਉਹ ਇੱਕੋ ਹੀ ਜ਼ਾਤ ਦੇ ਸਾਰੇ ਫਸਾਰੇ ਨੇ। ਇਸ ਨੂੰ ਤੌਹੀਦ ਕਿਹਾ ਗਿਆ ਹੈ। ਇਹ ਜਿਸ ਦੀ ਕਿਸਮਤ 'ਚ ਹੋਵੇ ਉਹੀ ਪਹਿਚਾਣ ਸਕਦਾ ਹੈ, ਨਹੀਂ ਤਾਂ ਅਸੀਂ ਇਸੇ ਦੂਈ ਵਿੱਚ, ਸ਼ਿਰਕ ਵਿੱਚ ਪੈ ਕੇ ਜਿਹੜੀ ਮਾੜੀ ਮੋਟੀ ਅਸੀਂ ਬੰਦਗੀ ਕਰਦੇ ਵੀ ਹਾਂ ਉਹ ਵੀ ਜ਼ਾਇਆ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਦਿਲੋਂ ਜਾਂ ਰੂਹ ਨਾਲ ਇੱਕ ਨਹੀਂ ਮੰਨਿਆ। ਅਸੀਂ ਸ਼ਕਲਾਂ ਦੇਖ ਕੇ, ਮੁਖਤਲਿਫ ਸ਼ਕਲਾਂ ਨਾਂ ਦੇਖ ਕੇ ਉਸ ਜ਼ਾਤ ਨੂੰ ਡਿਵਾਈਡ ਵੀ ਕੀਤਾ ਹੈ, ਤਕਸੀਮ ਵੀ ਕੀਤਾ ਹੈ। ਤਾਂ ਅੱਲਾਹ ਤਾਲਾ ਕੁਰਾਨ ਸ਼ਰੀਫ 'ਚ ਕਹਿੰਦੇ ਨੇ ਕਿ ਮੈਂ ਹਰ ਗੁਨਾਹ ਨੂੰ ਮਾफ़ ਕਰ ਸਕਦਾ, ਲੇਕਿਨ ਮੈਂ ਸ਼ਿਰਕ ਨੂੰ ਮਾफ़ ਨਹੀਂ ਕਰਾਂਗਾ। ਔਰ ਸਾਡੇ ਅੰਦਰੋਂ ਇਹੋ ਹੀ ਨਹੀਂ ਜਾਂਦਾ, ਕਿਉਂਕਿ ਸਾਡੀਆਂ ਸ਼ਕਲਾਂ ਹਰ ਇੱਕ ਦੀਆਂ ਅਲੱਹਦਾ ਮੁਖਤਲਿਫ ਨੇ, ਪਹਿਨਾਵੇ ਮੁਖਤਲਿਫ ਨੇ, ਆਦਤਾਂ ਮੁਖਤਲਿਫ ਨੇ, ਬੋਲੀਆਂ ਮੁਖਤਲਿਫ ਨੇ। ਇਸ ਵਾਸਤੇ ਉਸ ਇੱਕ ਜ਼ਾਤ ਨੇ ਇਤਨਾ ਇਮਤਿਹਾਨ ਸਾਡੇ 'ਤੇ ਢਾਲ ਦਿੱਤਾ ਹੋਇਆ ਵਾ ਕਿ ਅਸੀਂ ਉਸ ਨੂੰ ਪਹਿਚਾਣ ਨਹੀਂ ਸਕਦੇ ਕਿ ਉਹ ਕਿਸੇ ਰੂਪ ਵਿੱਚ ਵੀ ਆ ਸਕਦਾ ਹੈ। ਉਹ ਨੌਕਰ ਬਣ ਕੇ ਵੀ ਆ ਸਕਦਾ ਹੈ, ਚੂੜਾ ਬਣ ਕੇ ਵੀ ਆ ਸਕਦਾ, ਉਹ ਬਾਦਸ਼ਾਹ ਬਣ ਕੇ ਵੀ ਆ ਸਕਦਾ ਹੈ। ਲੇਕਿਨ ਜਿਹਨੂੰ ਵੀ ਉਸ ਜ਼ਾਤ ਨਾਲ ਪਿਆਰ ਹੋਏਗਾ
ਉਹ ਕਿਸੇ ਸ਼ਕਲ 'ਚ ਵੀ ਆਇਆ ਹੋਏਗਾ ਉਹਨੂੰ ਪਹਿਚਾਣ ਲਏਗਾ। ਚਾਹੇ ਉਹਦਾ ਉਹ ਯਾਰ ਕੱਛਾ ਪਹਿਨ ਕੇ ਆਵੇ, ਪੈਂਟ ਕੋਟ ਪਹਿਨ ਕੇ ਆਵੇ, ਸਲਵਾਰ ਕਮੀਜ਼ ਪਹਿਨ ਕੇ ਆਵੇ, ਧੋਤੀ ਕੁੜਤਾ ਪਹਿਨ ਕੇ ਆਵੇ, ਉਹ ਜ਼ਰੂਰ ਪਹਿਚਾਣ ਲੈਂਦਾ ਹੈ। ਉਸ ਵਕਤ ਤੱਕ ਇਨਸਾਨ ਨਹੀਂ ਪਹਿਚਾਣ ਸਕਦਾ ਜਦ ਤੱਕ ਇਨਸਾਨ ਖੁਦ ਆਪਣੇ ਆਪ ਨੂੰ ਨਹੀਂ ਜਾਣਦਾ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਵਾਂ, ਕਿੱਥੇ ਜਾਣਾ ਵਾਂ। ਇਹ ਜਿਹੜੇ ਸਵਾਲ ਸਾਰੇ ਹੱਲ ਕਰਨ ਵਾਸਤੇ ਸਾਨੂੰ ਮੁਰਸ਼ਦ ਚਾਹੀਦਾ ਹੁੰਦਾ ਹੈ, ਦਰਸ ਸ਼ਰੀਫ ਚਾਹੀਦਾ ਹੁੰਦਾ ਹੈ, ਇਸਮੇ ਆਜ਼ਮ ਚਾਹੀਦਾ ਹੁੰਦਾ ਹੈ। ਬਦਕਿਸਮਤੀ ਸਾਡੀ ਇਹ ਰਹਿੰਦੀ ਹੈ ਕਿ ਸਾਨੂੰ ਵਕਤ ਦਾ ਮੁਰਸ਼ਦ ਵੀ ਮਿਲ ਜਾਂਦਾ ਹੈ, ਇਸਮੇ ਆਜ਼ਮ ਵੀ ਮਿਲ ਜਾਂਦਾ ਹੈ, ਦਰਸ ਸ਼ਰੀਫ ਵੀ ਮਿਲ ਜਾਂਦਾ ਹੈ, ਲੇਕਿਨ ਸਾਡਾ ਹੀ ਮਨ, ਸਾਡੇ ਅੰਦਰ ਬੈਠਾ ਸਾਡਾ ਹੀ ਦੁਸ਼ਮਣ ਇਬਲੀਸ, ਉਹ ਸਾਨੂੰ ਮੁਰਸ਼ਦ ਦਾ ਹੁਕਮ ਨਹੀਂ ਮੰਨਣ ਦਿੰਦਾ। ਇਸੇ ਵਾਸਤੇ ਅਸੀਂ ਸਾਰੇ ਜਿਹੜੀ ਲਾਜ਼ਵਾਲ ਦੌਲਤ ਹਰ ਇਨਸਾਨ ਦੇ ਅੰਦਰ ਹੁੰਦੀ ਹੈ ਉਹ ਤੋਂ ਮਹਿਰੂਮ ਰਹਿ ਜਾਂਦੇ ਹਾਂ। ਔਰ ਇਨਸਾਨ ਦਾ ਬੱਚਾ ਰੋਂਦਾ ਹੋਇਆ ਹੁੰਦਾ ਹੈ ਅਤੇ ਰੋਂਦਾ ਹੋਇਆ ਹੀ ਵਾਪਸ ਚਲਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਮੁਰੀਦ ਦਾ ਵਾਕਿਆ ਹੁੰਦਾ ਹੈ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਹਨੂੰ ਜ਼ਿਆਰਤ ਦਾ ਬੜਾ ਸ਼ੌਕ ਹੋਇਆ। ਉਹ ਆਪਣੇ ਮੁਰਸ਼ਿਦ ਨੂੰ ਕਹਿਣ ਲੱਗਾ ਕਿ ਹਜ਼ੂਰ ਮੈਨੂੰ ਬੜਾ ਸ਼ੌਕ ਹੈ। ਉਹਨੂੰ ਕਿਹਾ ਤੂੰ ਕੀ ਕਰਨਾ ਹੈ ਰੋਜ਼ਾ ਰਸੂਲ 'ਤੇ ਜਾ ਕੇ? ਕਹਿੰਦੇ ਨਹੀਂ, ਸ਼ਰੀਅਤ 'ਚ ਲਿਖਿਆ ਹੋਇਆ ਹੈ ਕਿ ਜਿਹੜਾ ਰੋਜ਼ਾ ਰਸੂਲ 'ਤੇ ਜਾਏਗਾ ਉਵੇਂ ਇਵੇਂ ਦੀਦਾਰ ਕੀਤਾ ਜਿਵੇਂ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਦੁਨੀਆ 'ਤੇ ਸੀਗੇ ਉਵੇਂ ਦੀਦਾਰ ਹੋਇਆ। ਅਤੇ ਮੈਨੂੰ ਉਹ ਰੋਜ਼ਾ ਬੜਾ ਖਿੱਚ ਰਿਹਾ ਵਾ ਅਤੇ ਮੈਂ ਜ਼ਰੂਰ ਉੱਥੇ ਜਾਣਾ ਵਾ। ਉਹਦੇ ਮੁਰਸ਼ਿਦ ਨੇ ਆਖਿਆ ਠੀਕ ਹੈ, 3 ਦਿਨ ਦੇ ਬਾਅਦ ਤੈਨੂੰ ਮੈਂ ਇਹਦਾ ਜਵਾਬ ਦੇਵਾਂਗਾ। ਉਹ ਬੜਾ ਬੇਤਾਬ, ਹੋਰ ਬੇਚੈਨੀ ਲੱਗ ਗਈ ਕਿ ਮੁਰਸ਼ਿਦ ਕਦੋਂ 3 ਦਿਨ ਗੁਜ਼ਰਨਗੇ ਅਤੇ ਮੈਨੂੰ ਜਵਾਬ ਦੇਵੇਗਾ। ਇੱਕ ਰਾਤ ਸੁੱਤਾ ਹੋਇਆ ख्वाब 'ਚ ਕੀ ਦੇਖਦਾ ਹੈ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਆ ਗਏ ਨੇ ਅਤੇ ਉਹਨਾਂ ਨੇ ਆਖਿਆ ਕਿ ਜਾ ਆਪਣੇ ਪੀਰ ਨੂੰ ਲਿਆ ਬੁਲਾ ਕੇ। ਜਦੋਂ ਉਹਨੇ ਪੀਰ ਨੂੰ ਬੁਲਾ ਕੇ ਲਿਆਂਦਾ ਤਾਂ ਉਹਨੂੰ ਪੀਰ ਨੂੰ ਸੱਜੇ ਪਾਸੇ ਬਿਠਾਇਆ ਅਤੇ ਮੁਰੀਦ ਅੱਗੇ ਸਾਹਮਣੇ ਬਹਿ ਗਿਆ ਅਤੇ ਜ਼ਿਆਰਤ ਕਰਨ ਲੱਗਾ। ਉਹ ਹੁਣ ਮੁਰੀਦ ਕੀ ਦੇਖਦਾ ਹੈ ਕਿ ਜਿਹੜਾ ਪੀਰ ਹੈ ਜਾਂ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ 'ਚ ਕੋਈ ਤਫਰੀਕ ਨਹੀਂ ਹੈ, ਨਾ ਸ਼ਕਲ ਵਿੱਚ, ਨਾ ਉਚਾਈ ਵਿੱਚ, ਨਾ ਲੰਬਾਈ ਵਿੱਚ, ਕਿ ਕਿਹਨੂੰ ਮੈਂ ਮੁਰਸ਼ਿਦ ਕਹਾਂ ਅਤੇ ਕਿਹਨੂੰ ਮੈਂ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਮੰਨਾਂ। ਅਤੇ ਇਸੇ ਘਬਰਾਹਟ ਦੇ ਵਿੱਚ ਉਹਨੂੰ ਅੱਖ ਖੁੱਲ੍ਹ ਗਈ। ਅੱਖ ਖੁੱਲ੍ਹ ਕੇ ਅਤੇ ਫਿਰ ਮੁਰਸ਼ਿਦ ਦੇ ਜਾ ਕੇ ਕਦਮਾਂ 'ਚ ਡਿੱਗਿਆ। ਉਹਨੇ ਕਿਹਾ ਕਿਉਂ ਵੀ ਮੁਰਸ਼ਿਦ ਰਸੂਲ ਪਾਕ ਦੀ ਜ਼ਿਆਰਤ ਹੋ ਗਈ ਹੈ? ਉਹਨੇ ਕਿਹਾ ਜੀ ਹਾਂ ਜ਼ਿਆਰਤ ਹੋ ਗਈ ਹੈ, ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਵੀ ਰਸੂਲ ਪਾਕ ਹੀ ਹੋ। ਬੜਾ ਮੁਸ਼ਕਿਲ ਹੈ, ਜਦ ਤੱਕ ਇਨਸਾਨ ਖੁਦ ਨੂੰ ਨਹੀਂ ਜਾਣਦਾ ਕਿਸੇ ਨੂੰ ਪਹਿਚਾਣ ਨਹੀਂ ਸਕਦਾ, ਕਿਉਂਕਿ ਉਸ ਵਕਤ ਤੱਕ ਉਹ ਜ਼ਾਤ ਜਿਹੜੀ ਸਾਡੀ ਚਾਹ ਹੁੰਦੀ ਹੈ ਉਸ ਸ਼ਕਲ ਵਿੱਚ ਰਹਿੰਦੀ ਹੈ ਕਿ ਇਹ ਸ਼ਕਲ ਇਹਨੂੰ ਭਾਉਂਦੀ ਹੈ, ਇਹ ਸ਼ਕਲ ਇਹਨੂੰ ਅੱਛੀ ਲੱਗਦੀ ਹੈ, ਮੈਂ ਉਸ ਸ਼ਕਲ 'ਚ ਇਹਨੂੰ ਦੀਦਾਰ ਦੇਵਾਂ। ਇਸੇ ਤਰ੍ਹਾਂ ਵੀ ਜ਼ਿਕਰ ਆਉਂਦਾ ਕਿ ਰੋਜ਼ੇ ਕਿਆਮਤ ਹੋਏਗੀ ਤਾਂ ਅੱਲਾਹ ਤਾਲਾ ਆਉਣਗੇ, ਅਸੀਂ ਸਾਰੇ ਖੜ੍ਹੇ ਹੋਏ ਹੋਣਗੇ ਤਾਂ ਉਹ ਕਹਿਣਗੇ ਕਿ ਮੈਂ ਤੁਹਾਡਾ ਰੱਬ ਹਾਂ। ਅਸੀਂ ਨਹੀਂ ਮੰਨਾਂਗੇ, ਅਸੀਂ ਨਹੀਂ ਮੰਨਾਂਗੇ। ਅਸੀਂ ਕਹਿਣਗੇ ਅਸੀਂ ਤਾਂ ਰੱਬ ਦੇ ਇੰਤਜ਼ਾਰ ਵਿੱਚ ਖੜ੍ਹੇ ਹਾਂ, ਕਿਉਂਕਿ ਜਿਹੜਾ ਆਈਡੀਅਲ, ਜਿਹੜਾ ਤਸੱਵਰ ਸਾਡੇ ਜ਼ਿਹਨ ਵਿੱਚ ਦੁਨੀਆ ਵਿੱਚ ਬੈਠ ਗਿਆ ਹੋਇਆ ਕਿ ਇਹ ਮੇਰਾ ਰੱਬ ਆ, ਅਸੀਂ ਉਸ ਸ਼ਕਲ 'ਚ ਰੱਬ ਨੂੰ ਦੇਖਣਾ ਚਾਹਵਾਂਗੇ। ਰੱਬ ਫਿਰ ਭਾਂਪ ਲਿਆ ਉਸਨੇ, ਰੱਬ ਨੇ ਵੀ, ਕਿ ਇਹ ਜਿਹੜਾ ਮੈਨੂੰ ਰੱਬ ਨਹੀਂ ਮੰਨਦੇ ਇਹ ਦੁਨੀਆ 'ਚ ਕਿਹਨੂੰ ਮੰਨਦੇ ਸੀ ਰੱਬ? ਉਹ ਸ਼ਕਲ 'ਚ ਬਣ ਕੇ ਆਇਆ। ਜਦੋਂ ਆਇਆ ਤਾਂ ਸਾਰਿਆਂ ਨੇ ਵੈਲਕਮ ਕੀਤਾ, ਖੁਸ਼ੀਆਂ ਮਨਾਈਆਂ ਕਿ ਸਾਡਾ ਰੱਬ ਆ ਗਿਆ ਹੈ। ਹੁਣ ਜਿਹੜਾ ਰੱਬ ਆ ਉਹਦੀ ਕੋਈ ਸ਼ਕਲ ਨਹੀਂ, ਉਹਦਾ ਕੋਈ ਨਾਂ ਨਹੀਂ। ਜਿੰਨੇ ਵੀ ਨਾਂ ਹੈ, ਜੋ ਕੁਛ ਵੀ ਅਸੀਂ ਸ਼ਕਲ ਬਣਾਈ ਹੈ, ਉਹ ਸਾਡੀ ਆਪਣੀ ਪੈਦਾ ਕਰਦੀ ਹੈ। ਕੁਰਾਨ ਸ਼ਰੀਫ 'ਚ ਜ਼ਿਕਰ ਆਉਂਦਾ ਹੈ ਕਿ ਜ਼ਮੀਨ ਆਸਮਾਨ ਇੱਕ ਢੇਰ ਸੀਗੇ, ਉਹ ਢੇਰ ਫਟ ਗਿਆ ਅਤੇ ਜ਼ਮੀਨ ਵੀ ਬਣ ਗਈ, ਆਸਮਾਨ ਵੀ ਬਣ ਗਈ, ਮਖਲੂਕ ਵੀ ਬਣ ਗਏ। ਹੁਣ ਉਸ ਢੇਰ ਦਾ ਕੀ ਨਾਂ, ਕੀ ਸ਼ਕਲ? ਸਾਇੰਸਦਾਨਾਂ ਨੇ ਆਖਿਆ ਕਿ ਉਹ ਜਿਹੜੇ ਢੇਰ ਦਾ ਨਾਂ ਹੈ ਉਹ ਸਿਰਫ ਇੱਕ ਜ਼ਰਾ ਨੂਰ ਦਾ ਸੀਗਾ। ਹੁਣ ਬਜ਼ਾਹਰ ਅਸੀਂ ਕੁਰਾਨ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਇਹਨੂੰ ਢੇਰ ਵੱਡਾ ਸਾਰਾ ਹੋਏਗਾ, ਨਹੀਂ। ਜਿਵੇਂ ਬਾਹਰ ਵੀ ਐਟਮ ਬਣਾਇਆ ਹੈ, ਇਹ ਜਿਹੜੇ ਜ਼ਰੇ ਜ਼ਰੇ ਉਹਨਾਂ ਨੂੰ ਤੋੜ ਤੋੜ ਕੇ ਉਹਨੂੰ ਐਟਮ, ਹਾਈਡਰੋਜਨ ਐਟਮ ਉਹਨੂੰ ਕਿਹਾ ਗਿਆ ਵਾ। ਇਸੇ ਤਰ੍ਹਾਂ ਬਿਲਕੁਲ ਬਰੀਕ ਇੱਕ ਨੁਕਤਾ ਨੂਰ ਦਾ, ਉਹਦੀ ਸਾਰਾ ਫਸਾਦ ਹੋਇਆ ਹੈ। ਉਹੀ ਨੁਕਤਾ ਸਾਡੇ ਦੋਨਾਂ ਅੱਖਾਂ ਦਰਮਿਆਨ ਇੱਥੇ ਬਣਦਾ ਹੈ। ਇਸ ਨੂੰ ਫਕਾਨ ਕਾਬਾ ਕੌਸੈਨ ਔ ਅਦਨਾ ਆਖਿਆ ਗਿਆ ਕੁਰਾਨ ਸ਼ਰੀਫ ਸੂਰਤ ਨਜਮ ਵਿੱਚ, ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਕਿ ਮੈਂ
ਰੱਬ ਤਾਲਾ ਨੂੰ, ਅੱਲਾਹ ਤਾਲਾ ਨੂੰ, ਹੱਕ ਤਾਲਾ ਨੂੰ ਇਹਨਾਂ ਦੋਨਾਂ ਕੌਸਾਂ ਦੇ ਦਰਮਿਆਨ ਔ ਅਦਨਾ, ਇਹ ਤੋਂ ਵੀ ਕਰੀਬ ਦੇਖਿਆ। ਹੁਣ ਹਰ ਇਨਸਾਨ ਦੇ ਅੰਦਰ ਉਹ ਜ਼ਾਤ ਇਲਾਹੀ, ਉਹ ਜ਼ਾਤ ਪਾਕ, ਨੂਰੇ ਇਲਾਹੀ, ਨੂਰੇ ਮੁਹੰਮਦੀ ਰੱਖ ਕੇ ਇਨਸਾਨ ਨੂੰ ਦੁਨੀਆ 'ਤੇ ਇੱਥੇ ਭੇਜਿਆ ਹੈ। ਹੁਣ ਹੋਇਆ ਕੀ ਹੈ ਕਿ ਜਦੋਂ ਵੀ ਇਨਸਾਨ ਨੇ, ਬੱਚੇ ਨੇ ਅੱਖ ਖੋਲ੍ਹੀ, ਇੱਥੇ ਸ਼ੈਤਾਨ ਨੇ ਮਾਇਆ, ਪੈਸਾ, ਸੋਨਾ, ਜਿਹੜੀ ਵੀ ਚੀਜ਼ ਅਸੀਂ ਕੀਮਤੀ ਤੋਂ ਕੀਮਤੀ ਅਸੀਂ ਸਮਝਦੇ ਹਾਂ, ਹੀਰੇ ਜਵਾਹਰਾਤ, ਉਹਨਾਂ ਦੇ ਪਿੱਛੇ ਸਾਨੂੰ ਲਾ ਦਿੱਤਾ। ਅਤੇ ਜਿਹੜਾ ਹੀਰਾ ਇਹ ਖੁਦ ਸੀਗਾ, ਖੁਦ ਉਸ ਜ਼ਾਤ ਦਾ ਇੱਕ ਹਿੱਸਾ ਸੀਗਾ, ਇਹਦੇ ਵਿੱਚੋਂ ਹਰ ਸ਼ੈ ਬਣਦੀ ਹੈ, ਹਰ ਸ਼ੈ ਨੂੰ ਇਹ ਬਣਾਉਣ ਵਾਲਾ, ਹਰ ਸ਼ੈ ਨੂੰ ਇਹ ਯੈਸ ਕਰਨ ਵਾਲਾ, ਨੋ ਕਰਨ ਵਾਲਾ, ਉਹ ਪਹੁੰਚਲ 'ਚ ਪੈ ਗਿਆ। ਉਹ ਇਤਨਾ ਡੀਗਰੇਟ ਹੋ ਗਿਆ, ਇਤਨਾ ਥੱਲੇ ਆ ਗਿਆ ਕਿ ਇਸ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਫਰਿਸ਼ਤਿਆਂ ਦੀ ਸਜਦਾਗਾਹ ਵੀ ਹਾਂ, ਮੈਂ ਖੁਦਾ ਦਾ ਨੈਬ ਵੀ ਹਾਂ। ਖੁਦਾ ਨੇ ਆਖਿਆ ਕੁਰਾਨ ਸ਼ਰੀਫ 'ਚ, ਹਦੀਸ ਕੁਦਸੀ ਵਿੱਚ, ਮੈਂ ਆਪਣੀ ਸ਼ਕਲ 'ਤੇ ਬਣਾਇਆ। ਫਿਰ ਅੱਲਾਹ ਤਾਲਾ ਨੇ ਆਖਿਆ ਹਦੀਸ ਕੁਦਸੀ ਵਿੱਚ ਕਿ ਇਨਸਾਨ ਮੇਰਾ ਭੇਦ ਹੈ, ਮੈਂ ਇਨਸਾਨ ਦਾ ਭੇਦ ਹਾਂ। ਇਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਅਤੇ ਆਪਸ ਵਿੱਚ ਗੁੱਥਮ ਗੁੱਥਾ ਹੋ ਗਿਆ। ਹੁਣ ਹੋਇਆ ਕੀ ਹੈ ਕਿ ਰੱਬ ਰੱਬ ਨਾਲ ਲੜਨ ਦਿਆ ਹੋਇਆ, ਰੱਬ ਰੱਬ ਨਾਲ ਪਿਆਰ ਕਰਨ ਦਿਆ ਹੋਇਆ। ਹੁਣ ਇਹ ਅੱਖ ਉਸ ਵਕਤ ਬਣਦੀ ਹੈ ਜਿਵੇਂ ਬੁੱਲੇ ਸ਼ਾਹ ਸਾਹਿਬ ਜਿਹਨਾਂ ਦਾ ਕਲਾਮ ਪੜ੍ਹ ਰਹੇ ਹਾਂ, ਉਨੀ ਮਿਹਨਤ ਕੀਤੀ ਹੋਈ ਹੋਵੇ, ਲੋਕਾਂ ਦੇ ਤਾਣੇ ਮਿਹਣੇ ਝੱਲੇ ਹੋਣ, ਫਤਵੇ ਲੈ ਹੋਣ। ਇਹ ਵਿਚਾਰਾ ਜਦੋਂ ਮਰ ਗਿਆ ਉਦੋਂ ਵੀ ਇਹਨੂੰ ਕਬਰਸਤਾਨ 'ਚ ਨਹੀਂ ਦਫਨਾਇਆ, ਸ਼ਹਿਰੋਂ ਬਾਹਰ ਕੱਢ ਕੇ ਦਫਨਾਇਆ ਬੁੱਲੇ ਸ਼ਾਹ ਸਾਹਿਬ ਨੂੰ। ਹੁਣ ਸ਼ਹਿਰ ਉੱਥੇ ਚਲਾ ਗਿਆ, ਹੁਣ ਇਹ ਸ਼ਹਿਰ ਦੇ ਸੈਂਟਰ 'ਚ ਇਹਦਾ ਮਕਬਰਾ ਹੈਗਾ, ਇਹਦੀ ਕਬਰ ਹੈਗੀ ਆ। ਉਹ ਇੱਕ ਸ਼ਾਇਰ ਕਹਿੰਦਾ ਕਿ ਜੀਂਦੇ ਕੌੜੇ ਲੱਗਦੇ ਨੇ ਪਰ ਮੋਇਆਂ ਦੀ ਪੂਜਾ ਕਰਦੇ ਨੇ। ਉਹ ਦੇਸ ਤੂੰ ਮੈਨੂੰ ਦੱਸ ਵੀਰਾ, ਬਰਬਾਦ ਨਾ ਹੋਵੇ ਤਾਂ ਕੀ ਹੋਵੇ, ਨਾ ਸ਼ਾਦ ਨਾ ਹੋਵੇ ਤਾਂ ਕੀ ਹੋਵੇ। ਜਦੋਂ ਵਲੀ ਅੱਲਾ ਸਾਡੇ ਦਰਮਿਆਨ ਹੁੰਦਾ ਸਾਨੂੰ ਬੜਾ ਕੌੜਾ ਲੱਗਦਾ ਹੈ, ਕਿਉਂਕਿ ਸੱਚ ਬੋਲਦਾ ਹੈ, ਸੱਚੀ ਗੱਲ ਕਰਦਾ ਹੈ। ਜਦੋਂ ਮਰ ਜਾਂਦਾ ਅਸੀਂ ਉਹਦੀ ਮਿੱਟੀ ਵੀ ਚੁੰਮਦੇ ਹਾਂ, ਉੱਥੇ ਕਬਰ 'ਤੇ ਜਾ ਕੇ ਸਜਦੇ ਵੀ ਕਰਦੇ ਹਾਂ, ਮਿੱਟੀ ਨੂੰ ਮੱਥੇ ਨਾਲ ਵੀ ਲਾਉਂਦੇ ਹਾਂ, ਬਲਕਿ ਘੋਲ ਕੇ ਪੀ ਵੀ ਲੈਂਦੇ ਹਾਂ ਜੋ ਕੋਈ ਕਵੇ ਤਾਂ। ਲੇਕਿਨ ਜਦੋਂ ਸਾਡੇ ਦਰਮਿਆਨ 'ਚ ਹੁੰਦਾ ਅਸੀਂ ਉਹਦੀ ਕਦਰ ਨਹੀਂ ਕਰਦੇ। ਕਿਉਂ ਕਦਰ ਨਹੀਂ ਹੁੰਦੀ? ਕਿ ਸਾਨੂੰ ਉਹ ਸਾਡੀ ਗਲਤੀ ਵੀ, ਸਾਡਾ ਜੋ ਕੁਛ ਵੀ ਹੁੰਦਾ ਉਹ ਸਾਨੂੰ ਦੱਸ ਸਕਦਾ ਵਾ, ਉਹ ਦੱਸ ਵੀ ਦਿੰਦਾ ਵਾ। ਇਸ ਵਾਸਤੇ ਸਾਨੂੰ ਉਹ ਤੋਂ ਨਫ਼ਰਤ ਹੁੰਦੀ ਹੈ। ਜਿਸ ਵਕਤ ਉਹੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਕਿਉਂਕਿ ਉਹਨੇ ਨਾ ਜਵਾਬ ਦੇਣਾ ਹੁੰਦਾ, ਨਾ ਸਵਾਲ ਕਰਨਾ ਹੁੰਦਾ, ਫਿਰ ਉਹਦੀ ਕਬਰ ਨੂੰ ਜੱਫੀਆਂ ਵੀ ਪਾਉਂਦੇ ਹਾਂ, ਉਹਨੂੰ ਮੰਨਦੇ ਵੀ ਬੜਾ ਵਾਂ, ਲੋਕਾਂ ਨੂੰ ਵੀ ਦੱਸਦੇ ਬੜਾ ਉੱਚਾ ਬਜ਼ੁਰਗ ਸੀਗਾ। ਅਤੇ ਜਦੋਂ ਜੀਂਦੇ ਹੁੰਦੇ ਨੇ ਉਦੋਂ ਉਹ ਤੋਂ ਨਫ਼ਰਤ ਕਰਦੇ ਨੇ। ਇਸੇ ਵਾਸਤੇ ਸਾਰੀ ਦੁਨੀਆ ਅੱਜ ਤੱਕ ਮਹਿਰੂਮ ਰਹਿ ਗਈ ਹੈ। 1,24,000 ਪੈਗੰਬਰ ਆ ਚੁੱਕਾ ਹੈ, ਫੁਕਰਾਏ ਕਾਮਲੀਨ ਆ ਚੁੱਕੇ ਨੇ। ਅਸੀਂ ਉਵੇਂ ਦੇ ਉਵੇਂ ਆ, ਕੋਰੇ ਦੇ ਕੋਰੇ। ਨਾ ਸਾਡੇ 'ਤੇ ਕੋਈ ਅਸਰ ਹੁੰਦਾ ਹੈ ਅਤੇ ਨਾ ਸਾਨੂੰ ਕੋਈ ਚਾਹ ਰੱਬ ਦੇ ਮਿਲਣ ਦੀ। ਅਤੇ ਇਹੋ ਹੀ ਬੁੱਲੇ ਸ਼ਾਹ ਸਾਹਿਬ ਕਹਿੰਦੇ ਨੇ। ਇੱਕ ਹੋਰ ਬਜ਼ੁਰਗ ਦਾ ਜ਼ਿਕਰ ਆਉਂਦਾ ਹੈ, ਹਜ਼ਰਤ ਮੁਹੰਮਦ ਹਸਨ ਰਸੂਲ ਨਮਾ। ਉਹ ਵੀ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿਆਰਤ ਕਰਾਉਂਦੇ ਹੁੰਦੇ ਸਨ। ਅਤੇ ਉਹਨਾਂ ਦੀ ਜਿਹੜੀ ਬੀਵੀ ਵਾਈਫ ਸੀ, ਘਰ ਵਾਲੀ ਉਹਨਾਂ ਦੀ, ਉਹਨੂੰ ਵੀ ਸ਼ੌਕ ਹੋਇਆ ਵੀ ਇਤਨੀਆਂ ਔਰਤਾਂ ਮਰਦ ਆਉਂਦੇ ਨੇ ਜ਼ਿਆਰਤ ਕਰਨ ਵਾਸਤੇ। ਅਤੇ ਉਹਨੇ ਵੀ ਕਰਦੇ ਅਕਸਰ ਹੀ ਘੱਟ ਮੰਨਦੇ ਹੁੰਦੇ ਨੇ। ਕੋਈ ਸ਼ਾਜ਼ੋ ਨਾਜ਼ਰ ਹੀ ਕੋਈ ਮੰਨੇਗਾ ਉਸਨੂੰ, ਘੱਟ ਹੀ ਮੰਨਦੇ ਹੁੰਦੇ ਨੇ। ਉਹਨੇ ਆਖਿਆ ਕਿ ਹਜ਼ਰਤ ਸਾਰੀ ਦੁਨੀਆ ਨੇ ਤੁਸੀਂ ਜ਼ਿਆਰਤ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਕਰਾਉਂਦੇ ਹੋ ਤਾਂ ਮੈਨੂੰ ਵੀ ਕਰਾਓ। ਉਹਨੇ ਕਿਹਾ ਤਾਂ ਠੀਕ ਹੈ ਤੂੰ ਵੀ ਕਰ ਲਾ, ਲੇਕਿਨ ਤੂੰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਿਲਣਾ, ਕੋਈ ਹਾਰ ਸ਼ਿੰਗਾਰ ਕਰ, ਕੋਈ ਜ਼ੇਵਰ ਪਹਿਨ, ਕੋਈ ਨਵੇਂ ਕੱਪੜੇ ਪਾ। ਉਹਨੇ ਨਵੇਂ ਕੱਪੜੇ ਵੀ ਪਾ ਲਏ, ਜ਼ੇਵਰ ਵੀ ਪਾ ਲਏ। ਜਦੋਂ ਐਨ ਤਿਆਰ ਹੋ ਗਈ, ਦੁਲਹਨ ਬਣ ਗਈ, ਹੈ ਤਾਂ ਵਿਚਾਰੀ ਬਜ਼ੁਰਗ ਵੀ ਬੁੱਢਾ ਸੀ, ਉਹ ਵੀ ਬੁੱਢੀ ਸੀ। ਅਤੇ ਜਾ ਕੇ ਤੇ ਉਹਦੇ ਭਰਾ ਨੂੰ ਕਹਿਣ ਲੱਗਾ ਆਪਣੀ ਭੈਣ ਦਾ ਹਾਲ ਦੇਖੋ ਆਣ ਕੇ, ਇਹ ਹੁਣ ਬੁੱਢੇ ਬਾਰੇ ਹੋਰ ਖਸਮ ਚਾਹੁੰਦੀ ਆ, ਦੇਖ ਜਾ ਕੇ ਘਰ ਵਿੱਚ ਕਿੱਦਾਂ ਹਾਰ ਸ਼ਿੰਗਾਰ ਕਰਕੇ ਬੈਠੀ ਹੋਈ ਆ। ਹੁਣ ਹੋਇਆ ਕੀ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਮੰਨਦੇ ਹਾਂ, ਉਹਨਾਂ ਦੇ ਦਰਮਿਆਨ 'ਚ ਰਹਿੰਦੇ ਹਾਂ, ਲੇਕਿਨ ਸਾਨੂੰ ਉਹਦੀ ਕਦਰ ਨਾ ਆਈ, ਆਂਸੂ ਨਾ ਬਹਾਏ, ਅੰਦਰ ਸਾਡਾ ਇਸ਼ਕ ਨਾ ਲੱਗਾ ਕਿ ਅਸੀਂ ਇਸ ਬਜ਼ੁਰਗ ਕੋਲੋਂ ਰਹਿਮਤ ਕਿਵੇਂ ਚਾਹੁੰਦੀ ਹੈ। ਹੁਣ ਉਸ ਫਕੀਰ ਨੂੰ ਪਤਾ ਸੀ, ਉਸ ਦੇ ਖਾਮਦ ਨੂੰ ਪਤਾ ਸੀਗਾ ਕਿ ਸਾਰੀ ਉਮਰ ਤਾਂ ਮੈਨੂੰ ਅੱਛਾ ਨਹੀਂ ਜਾਣਦੀ ਰਹੀ, ਅਤੇ ਹੁਣ ਖੁਦਾ ਇਹਨੂੰ ਕਿਵੇਂ ਮਿਲ ਸਕਦਾ। ਇੱਕ ਹੀ ਤਰੀਕਾ ਸੀਗਾ ਕਿ ਇਸ ਨੂੰ ਰਵਾਇਆ ਜਾਵੇ, ਇਸ ਦਾ ਪਛਤਾਵਾ ਲਾਵੇ। ਅਤੇ ਫਿਰ ਉਹ ਜਦੋਂ ਭਰਾ ਘਰ ਗਿਆ ਤਾਂ ਉਹਨੇ ਦੇਖਿਆ ਤਾਂ ਵਾਕਈ ਸੱਜੀ ਹੋਈ ਹੋਵੇ, ਚੂੜੀਆਂ ਪਾਈਆਂ, ਜ਼ੇਵਰ ਪਾਏ। ਉਹਨੇ ਕਿਹਾ ਭੈਣ ਤੈਨੂੰ ਇਹ ਬੁੱਢੇ ਬਾਰੇ ਕੀ ਹੋ ਗਿਆ, ਹੁਣ ਤੂੰ ਦੂਜਾ ਖਸਮ ਚਾਹੁੰਦੀ ਹੈ। ਫਿਰ ਮੇਰਾ ਬਹਿਨੋਈ ਸਹੀ ਕਹਿੰਦਾ ਵਾ ਕਿ ਉਹ ਦੂਜਾ ਵਿਆਹ ਕਰਾਉਣਾ ਚਾਹੁੰਦੀ ਹੈ।
ਉਹਨੇ ਜਦੋਂ ਇੰਨੀ ਗੱਲ ਸੁਣੀ ਭਰਾ ਦੇ ਮੂੰਹੋਂ ਤਾਂ ਉਹਨੇ ਕੱਪੜੇ ਪਾੜੇ, ਵਾਲ ਨੋਚੇ, ਚੂੜੀਆਂ ਭੰਨੀਆਂ, ਸਭ ਸ਼ੈ ਰੋਂਦੀ ਰੋਂਦੀ ਦੀ ਅੱਖ ਲੱਗ ਗਈ ਅਤੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੀ ਆ ਗਏ। ਜਦੋਂ ਜ਼ਿਆਰਤ ਹੋਈ ਹੋਸ਼ 'ਚ ਆਈ, ਉੱਠੀ, ਤੈਨੂੰ ਕਿਹਾ ਮੇਰੇ ਨਾਲ ਇੱਦਾਂ ਕਰਨੀ ਸੀ? ਉਹਨੇ ਕਿਹਾ ਤੂੰ ਮੈਨੂੰ ਹਕੀਰ ਜਾਣਦੀ ਸੀ ਸਾਰਿਆਂ ਤੋਂ, ਤੇਰਾ ਇੱਕੋ ਹੀ ਇਲਾਜ ਸੀ ਜ਼ਿਆਰਤ ਕਰਨ ਦਾ ਕਿ ਤੂੰ ਰੋਂਦੀ, ਤੇਰੇ ਆਂਸੂ ਚੱਲਦੇ। ਕਿਉਂਕਿ ਜਿਹੜੇ ਵੀ ਫਕੀਰ ਹੋਏ ਨਾ, ਜਿਹਨਾਂ ਨੇ ਵੀ ਪਾਇਆ ਹੈ, ਉਹਨਾਂ ਨੇ ਆਂਸੂਆਂ ਨਾਲ ਵਜ਼ੂ ਕੀਤਾ ਹੈ। ਨਮਾਜ਼ ਵੀ ਤਾਂ ਹੀ ਹੁੰਦੀ ਹੈ। ਹੁਣ ਸਾਡੀਆਂ ਖੁਸ਼ਕ ਨਮਾਜ਼ਾਂ, ਖੁਸ਼ਕ ਅੱਖਾਂ, ਅਸੀਂ ਸਜਦੇ ਮਾਰ ਕੇ ਤਾਂ ਆ ਜਾਂਦੇ, ਬੜੀਆਂ ਨਮਾਜ਼ਾਂ ਪੜ੍ਹਦੇ ਹਾਂ ਅਸੀਂ, ਲੇਕਿਨ ਸਾਨੂੰ ਰੱਬ ਅੱਜ ਤੱਕ ਕਿਉਂ ਨਹੀਂ ਮਿਲਿਆ? ਕਿ ਸਾਡੇ ਅੰਦਰ ਜਿਹੜਾ ਦਿਲ ਦਾ ਦਰਦ ਸੀ ਉਹ ਨਾ ਜਾਗਿਆ, ਜਿਹੜਾ ਰੂਹ ਦਾ ਦਰਦ ਸੀ ਉਹ ਨਾ ਜਾਗਿਆ। ਅਸੀਂ ਇੱਕ ਫਾਰਮੈਲਿਟੀ ਕਰਦੇ ਹਾਂ, ਭਾਵੇਂ ਕਿਸੇ ਤਰ੍ਹਾਂ ਦੀ ਬੰਦਗੀ ਕਰਦੇ ਹਾਂ, ਮੁਰਾਕਬਾ ਕਰਦੇ ਹਾਂ, ਨਮਾਜ਼ਾਂ ਪੜ੍ਹਦੇ ਹਾਂ, ਤਹੱਜੁਦ ਪੜ੍ਹਦੇ ਹਾਂ, ਬੰਦਗੀ ਬਹੁਤ ਕਰ ਰਹੇ ਨੇ ਲੋਕ, ਇਹ ਨਹੀਂ ਕਿ ਬੰਦਗੀ ਤੋਂ ਦੁਨੀਆ ਖਾਲੀ ਹੈ, ਲੇਕਿਨ ਉਹਦੇ ਵਿੱਚ ਸਾਡੇ ਹਿਜਰ, ਫਰਾਕ, ਆਂਸੂ ਉਹਦੇ ਵਾਸਤੇ ਨਹੀਂ। ਕਿਉਂ ਕਿ ਅਸੀਂ ਖੜੇ ਪਾਕ ਮਸੱਲੇ ਦੇ ਉੱਤੇ ਹਾਂ, ਪਾਕ ਮਸਜਿਦ ਵਿੱਚ ਹਾਂ, ਲੇਕਿਨ ਜਿਸ ਚੀਜ਼ ਨੇ ਦੇਖਣਾ ਹੈ, ਜਿਸ ਸਾਡੇ ਖਿਆਲ ਨੇ ਦੇਖਣਾ, ਜਿਸ ਸਾਡੀ ਸੋਚ ਨੇ ਉਸ ਜ਼ਾਤ ਨੂੰ ਦੇਖਣਾ, ਜਿਸ ਰੂਹ ਨੇ ਦੇਖਣਾ ਹੈ, ਉਹ ਨਹੀਂ ਉੱਥੇ ਹੁੰਦੀ। ਇਸ ਵਾਸਤੇ ਅਲਾਮਾ ਇਕਬਾਲ ਸਾਹਿਬ ਕਹਿੰਦੇ ਨੇ ਕਿ ਤੇਰੇ ਸਜਦੇ ਤੁਝੇ ਕਾਫਰ ਨਾ ਕਰ ਦੇं ऐ इकबाल, तू झुकता कहीं और है, तू सोचता कहीं और है। ਕਹਿੰਦੇ ਇਹ ਕਾਫਰੀ ਆ, ਇਹ ਦੁਈ ਆ, ਇਹ ਸ਼ਿਰਕ ਵਾ ਕਿ ਲੋਕਾਂ ਦੇ ਵਾਸਤੇ ਤੇ ਤੂੰ ਨਮਾਜ਼ ਪੜ੍ਹਨ ਦਿਆ ਹੋਇਆ ਤੇ ਦਿਲ ਤੇਰਾ ਤੇ ਰੂਹ ਤੇਰੀ ਉਹ ਮੁੰਡੇ ਕੁੜੀਆਂ ਖਿਡਾ ਰਹੀ ਹੈ, ਜਿਹੜਾ ਵੀ ਤੂੰ ਸਾਰਾ ਦਿਨ ਕਰਦਾ ਉਹ ਉਹਦੇ ਮਗਰ ਜਾ ਰਹੀ ਹੈ। ਖੁਦਾ ਤੇ ਦੀਦਾਰ ਕਰਨ ਵਾਸਤੇ ਨਮਾਜ਼ ਬਣਾਈ ਵੀ ਇਸੇ ਵਾਸਤੇ ਸੀ ਕਿ ਸਾਨੂੰ ਜਦੋਂ ਵੀ ਸਜਦੇ 'ਚ ਜਾਈਏ ਉਸ ਦਾ ਦੀਦਾਰ ਹੋਵੇ। ਕਿਉਂ ਨਹੀਂ ਹੁੰਦਾ? ਕਿ ਸਾਡੇ ਅੰਦਰ ਉਹ ਹਿਜਰ ਫਰਾਕ ਨਾ ਜਾਗਿਆ, ਸਾਡੇ ਅੰਦਰ ਪਿਆਸ ਨਾ ਜਾਗੀ। ਜਿਹਦੇ ਅੰਦਰ ਪਿਆਸ ਨਹੀਂ ਜਾਗੀ ਉਹ ਕਿਵੇਂ ਕੂਆਂ ਖੋਦੇਗਾ, ਉਹ ਕਿਵੇਂ ਨਲਕਾ ਲਾਏਗਾ? ਜਿਹਦੇ ਅੰਦਰ ਪਿਆਸ ਜਾਗੇਗੀ ਉਹ ਪਾਣੀ ਖੁਦ ਜ਼ਮੀਨ 'ਚੋਂ ਉਛਲਦਾ ਵਾ, ਉਹਦਾ ਉਹ ਮਾਲਕ ਕੁੱਲ ਸਮਾਨ ਖੁਦ ਕਰਦਾ ਵਾ। ਇਹ ਬੰਦਾ, ਇਹ ਬੰਦੀ, ਇਹ ਬੱਚਾ, ਇਹ ਬੁੱਢਾ, ਇਹ ਮੇਰੇ ਨਾਲ ਮਿਲਣੇ ਵਾਸਤੇ ਤਿਆਰ ਆ, ਉਹਦੇ ਵਾਸਤੇ ਖੁਦ ਸਬਬ ਕੋਈ ਨਾ ਕੋਈ ਜ਼ਰਾਏ, ਕਿਸੇ ਨਾ ਕਿਸੇ ਚੀਜ਼ ਨਾਲ ਉਹਨੂੰ ਬਹਾਨਾ ਬਣਾ ਕੇ ਆਪਣੇ ਕਦਮਾਂ 'ਚ ਬੁਲਾਉਂਦਾ ਹੈ, ਇਸਮੇ ਆਜ਼ਮ ਦਿੰਦਾ ਹੈ ਅਤੇ ਉਹਦਾ ਦੀਦਾਰ ਵੀ ਕਰਾਉਂਦਾ ਹੈ। ਅਤੇ ਇਹੀ ਬੁੱਲੇ ਸ਼ਾਹ ਸਾਹਿਬ ਕਹਿੰਦੇ ਨੇ ਕਿ ਘੜਿਆਲੀ ਦਿਓ ਨਕਾਲ ਨਹੀਂ, ਅੱਜ ਪੀ ਘਰ ਆਇਆ ਲਾਲ ਨਹੀਂ। ਘੜੀ ਘੜੀ ਘੜਿਆਲ ਵਜਾਵੇ, ਰੈਨ ਵਸਲ ਦੀ ਪਿਆ ਘਟਾਵੇ, ਮੇਰੇ ਦਿਲ ਦੀ ਬਾਤ ਜੇ ਪਾਵੇ, ਹੱਥੋਂ ਚਾ ਸੁੱਟੇ ਘੜਿਆਲ ਨਹੀਂ। ਕਹਿੰਦੇ ਨੇ ਕਿ ਜਿਹੜਾ ਘੰਟਾ ਵਜਾਉਣੇ ਵਾਲਾ ਵਾ, ਜਿਹੜਾ ਇਨਸਾਨ ਹੈ, ਅਗਰ ਉਹਨੂੰ ਮੇਰੀ ਹਾਲਤ ਦਾ ਪਤਾ ਚੱਲ ਜਾਵੇ ਕਿ ਮੈਂ ਕਿੰਨੇ ਤਰਲਿਆਂ ਮਿੰਟਾਂ ਦੇ ਬਾਅਦ ਮੁਰਸ਼ਿਦ ਮੇਰੇ ਘਰ ਆਇਆ, ਚਾਹੇ ਬਾਤਨ 'ਚ ਆਇਆ, ਚਾਹੇ ਬਾਹਰ ਆਇਆ, ਅਤੇ ਕਹਿੰਦਾ ਉਹ ਜਿਹੜਾ ਘੰਟਾ ਨਾ ਉਹ ਸੁੱਟ ਦਵੇ ਕਿ ਜਿਹੜੀ ਹੁਣ ਰੈਨ ਆ, ਰਾਤ ਵਾ, ਵਸਲ ਦੀ ਹੈ, ਮੇਰੇ ਮਲਾਪ ਦੀ ਮੁਰਸ਼ਿਦ ਨਾਲ ਹੈਗੀ ਆ, ਇਹ ਜਿਹੜੀ ਇਹ ਲੰਮੀ ਹੋ ਜਾਵੇ। ਲੇਕਿਨ ਘੰਟਾ ਇੰਡੀਕੇਟਰ ਕਰਦਾ ਵਾ ਕਿ ਹੁਣ ਇੰਨੇ ਵੱਜ ਗਿਆ, ਇੰਨੇ ਵੱਜ ਗਿਆ, ਦਿਨ ਚੜ੍ਹਨ ਵਾਲਾ। ਕਹਿੰਦਾ ਉਹਨੂੰ ਮੇਰੀ ਹਾਲਤ ਦਾ ਕੀ ਪਤਾ ਹੈ? ਇਵੇਂ ਹਰ ਇਨਸਾਨ ਦਾ ਹੈ, ਜਿਸ ਨੂੰ ਉਸ ਸੋਹਣੇ ਦੀ, ਰੱਬ ਦੀ ਜਾਂ ਮੁਰਸ਼ਿਦ ਦੀ ਲਗਨ ਲੱਗੀ ਹੋਈ ਹੈ। ਜਿਹੜੇ ਦੂਸਰੇ ਉਹ ਤਾਂ ਮਜ਼ਾਕ ਕਰਨਗੇ ਉਹਨੂੰ, ਕਿਉਂਕਿ ਉਹਦੀਆਂ ਅੱਖਾਂ 'ਚੋਂ ਆਂਸੂ, ਉਹਦੀ ਅੱਖਾਂ 'ਚ ਨਮੀ ਹੋਣੀ ਹੈ, ਉਹਨੇ ਹੌਕੇ ਭਰਨੇ ਆ, ਉਹਨੇ ਕਹਿਣਾ ਲੈ ਇਹਨੂੰ ਦੁਨੀਆ ਦਾ ਪਤਾ ਹੀ ਨਹੀਂ ਗਾ, ਇਹ ਤਾਂ ਕਿਸੇ ਆਪਣੀ ਮਸਤੀ 'ਚ ਮਸਤਾ 'ਤੇ ਜਹਾਜ਼ ਬਣਿਆ ਫਿਰਦਾ ਵਾ। ਕਿਉਂਕਿ ਦੂਸਰੇ ਮਜ਼ਾਕ ਕਰਨਗੇ। ਇਵੇਂ ਹਰ ਫਕੀਰ ਨਾਲ ਹੋਇਆ, ਬੁੱਲੇ ਸ਼ਾਹ ਸਾਹਿਬ ਨਾਲ ਵੀ ਇੰਨਾ ਹੋਇਆ ਕਿ ਬੁੱਲਿਆ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਕਿਉਂਕਿ ਉਹਨਾਂ ਦੀ ਨਜ਼ਰ ਵਾਸਤੇ ਅਸੀਂ ਫਿਰ ਗਏ ਹੋਏ ਹਾਂ, ਅਸੀਂ ਕਾਫਰ ਬਣ ਗਏ ਹੋਏ ਹਾਂ। ਜਿਹੜਾ ਵੀ ਰੱਬ ਨੂੰ ਪਾਉਣ ਜਾਂਦਾ, ਜਿਹੜਾ ਦੁਨੀਆ ਦੀ ਗੱਲਾਂ ਕਰੇਗਾ, ਦੁਨੀਆ ਦੇ ਨਾਲ ਚੱਲੇਗਾ, ਦੁਨੀਆ ਵਰਗਾ ਸਭ ਕੁਝ ਕਰੇਗਾ, ਉਹਨੂੰ ਦੁਨੀਆ ਅੱਛਾ ਜਾਣਦੀ ਹੈ। ਜਿਹੜੇ ਦੁਨੀਆ 'ਚੋਂ ਨਿਕਲ ਕੇ ਰੱਬ ਰਸੂਲ ਦੀ ਗੱਲ ਕਰੇਗਾ, ਪਾਉਣ ਦੀ ਗੱਲ ਕਰੇਗਾ, ਨੂਰੇ ਲਾਹੀ ਨੂਰੇ ਮੁਹੰਮਦੀ ਨੂੰ, ਆਵਾਜ਼ੇ ਬੇਲਕ ਨੂੰ ਸੁਣਨ ਦੀ ਗੱਲ ਕਰੇਗਾ, ਉਹਦੇ ਵਾਸਤੇ ਇੱਕ ਅਚੰਭੇ ਦੀ, ਹੈਰਾਨ ਕਰਨ ਵਾਲੀ ਗੱਲ ਹੁੰਦੀ ਹੈ ਵੀ ਇਹ ਕੀ ਨਵਾਂ ਮਜ਼ਹਬ ਆ ਗਿਆ, ਇਹ ਕੋਈ ਨਵੀਂ ਤਨਕੀਦ ਆ। ਹਾਲਾਂਕਿ ਪੁਰਾਣੇ ਤੋਂ ਪੁਰਾਣਾ ਮਜ਼ਹਬ ਇਹੋ ਹੀ ਹੈ ਕਿ ਇਨਸਾਨ ਤੂੰ ਪਹਿਲਾਂ ਆਪਣੇ ਆਪ ਨੂੰ ਜਾਣ, ਫਿਰ ਆਪਣੇ ਰੱਬ ਨੂੰ ਪਹਿਚਾਣ। ਇਹੀ ਹਦੀਸ ਸ਼ਰੀਫ 'ਚ ਆਉਂਦਾ, ਮਨ ਅਰਫ ਨਫਸਹੁ ਫਕਦ ਅਰਫ ਰੱਬਹੁ। ਅਤੇ ਅੱਗੇ ਕਹਿੰਦੇ ਨੇ, ਅਨਹਦ ਵਾਜਾ ਵਜੇ ਸੁਹਾਨਾ, ਮੁਤਰਬ ਸੁਗੜਾ ਤਾਨ ਤਰਾਨਾ, ਭੁੱਲ ਗਿਆ ਨਮਾਜ਼ ਰੋਜ਼ਾ ਦੁਗਾਨਾ,
मद प्याला देन कलाल नहीं, घड़ियाली दिओ निकाल नहीं, हुण पीघा राया लाल नहीं। कहते ने कि अंदर एक ऐसी सुरीली आवाज़ हो रही है, ऐसा नगमा, ऐसा गाना गा हो रहा वा। कहता जिहड़ा उहनूं गाउने वाला वजाउने वाला वो बड़ा मुतरब भी आ ते सुगड़ भी आ, सियाणा भी आ। वो एवें डम डम नहीं कर रहा, वो बड़ी तान तराने नाल उस गाने नूं वजा रहा वा। जिहड़ा भी इंसान, एक तो आवाज़ सानूं आउंदी है आम आवाज़, असीं कंन बंद करदे आम आवाज़, उस आवाज़ नहीं, जिहड़ी आवाज़ रूह नूं खिचदी है उस दी जिक्र कर रहे ने। असीं कन्नां चुंगलियां दिंदे ने, जिहड़े नूं इसमें आज़म मिलिया सुणदे भी ने, लेकिन असीं उस दी लय विच नहीं जांदे। असीं उसनूं उपरों उपरों सुण लैने जी, हाँ जी कंन चुंगली ते हाँ जी आवाज़ आई है, उत्थे मालक दी मेहरबानी आई है, लेकिन उहदे विच असीं डिप नहीं हुंदे, गहराई च नहीं जांदे, उहदे विच असीं लय नहीं हुंदे कि जिहड़े विच असीं उहदी समा के उहदे विच साडा कोई ख्याल बाहर ना जावे, ते जिहड़ी उसदी जिहड़ी गूंज आ, फिर मसलन असीं बाहर किसी भी चीज़ ते असीं घंटी ते टल मारते हैं तो उहदी बाद च गूंज हुंदी है। वो जिहड़ी गूंज जिहड़ी रूह सुनेगी उसदी रूह खिच हो जाएगी। उसनूं इत्थे लियाउण वास्ते कोई देर नहीं लगेगी, वो जां ही आवाज़ नाल अटैच होएगी। कुरान शरीफ च लिखा है कि रोज़े क़यामत के दिन ज़ोर की आवाज़ होगी, सब हमारे हजूर इकट्ठे हो जाएंगे। वही इंसान इत्थे रब इत्थे बैठा है, उहदे हजूर इकट्ठा हो जाता है, उहदे रूबरू गल भी करता है, उहनूं देखता भी है, उहदा दीदार भी करता है। जिहड़े असीं 2 मिनट 4 मिनट या 1 मिनट देखते हैं जी आवाज़ आउंदी है, वो नहीं बई, उसकी गहराई विच जाना है, वो आवाज़ बदलेगी। रूम ने क्या है कि 5 आवाज़ां अंदर जिक्र भी आएगा, हाँ लिखा है, खामोश 5 नौबत बशनूज़े आसमाने, कहाँ आसमां बरूं आ हफ्तो ई शश आमद। कहते कि अंदर 5 आवाज़ां बांग आसमानी हो रही ने, जिहड़े तुहाडे अंदर आसमान तो आ रही है, तो वो 6 ਚੱਕਰਾਂ ਤੋਂ ਤੇ 7 ਅਸਮਾਨਾਂ ਤੋਂ ਪਰਿਓਂ ਆ ਰਹੀ ਹੈ, ਇੱਥੇ ਦੀ ਆਵਾਜ਼ ਨਹੀਂ ਹੋਏਗੀ। ਜਿਵੇਂ ਜਿਵੇਂ ਅਸੀਂ ਜਾਵਾਂਗੇ, ਜਿਵੇਂ ਜਿਵੇਂ ਸਾਡਾ ਖਿਆਲ ਬਦਲੇਗਾ, ਉਵੇਂ ਉਵੇਂ ਉਹ ਆਵਾਜ਼ ਵੀ ਬਦਲਦੀ ਹੈ, ਉਹ ਸੁਰੀਲੀ ਹੁੰਦੀ ਹੈ। ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਕਿ ਮੈਨੂੰ ਵਹੀ ਐਵੇਂ ਆਉਂਦੀ ਜਿਵੇਂ ਘੰਟਿਆਂ ਦੀ ਆਵਾਜ਼ ਆਉਂਦੀ ਹੈ। ਉਹ ਅੱਜ ਵੀ ਇਨਸਾਨ, ਹੁਣ ਵੀ ਇਨਸਾਨ ਉਹ ਸੁਣ ਸਕਦਾ ਹੈ। ਜਿਸ ਨੂੰ ਵੀ ਇਸਮੇ ਆਜ਼ਮ ਮਿਲਿਆ ਅੰਦਰ ਬਾਤਨ 'ਚ ਜਾਂਦਾ ਹੈ, ਨਹੀਂ ਵੀ ਜਾਂਦਾ ਉਹ ਆਵਾਜ਼ ਨੂੰ ਜ਼ਰੂਰ ਸੁਣ ਸਕਦਾ ਹੈ ਮੁਰਸ਼ਦ ਦੀ ਮਿਹਰਬਾਨੀ ਨਾਲ। ਅਤੇ ਇਹ ਵੀ ਕਹਿੰਦੇ ਨੇ ਕਿ ਜਿਹੜੇ ਲੋਕ ਅਨਹਦ ਵਾਜਾ ਵਜੇ ਸੁਹਾਨਾ, ਕਿ ਜਿਹੜੇ ਉਹ ਵਾਜਾ ਇਲਾਹੀ ਸਾਜ਼ ਨੂੰ ਸੁਣਦੇ ਨੇ, ਸਕੂਨ ਦੀ ਆਵਾਜ਼ ਨੂੰ ਸੁਣਦੇ ਨੇ, ਵਹੀ ਦੀ ਆਵਾਜ਼ ਨੂੰ ਸੁਣਦੇ ਨੇ, ਖੁਦਾ ਦੇ ਕਲਾਮ ਨੂੰ ਸੁਣਦੇ ਨੇ। ਆਮ ਲਫ਼ਜ਼ਾਂ 'ਚ ਵੀ ਆਖਿਆ ਜਾਂਦਾ ਹੈ ਕਿ ਜਿਹੜੀ ਮੌਸੀਕੀ ਹੈ ਰੂਹ ਦੀ ਗ਼ਜ਼ਾ ਵਾ। 2 ਤਰ੍ਹਾਂ ਦੀ ਮੌਸੀਕੀ ਹੈ, ਇੱਕ ਮੌਸੀਕੀ ਜਾਂ ਆਵਾਜ਼ ਜਾਂ ਗਾਣਾ ਜਾਂ ਕਵਾਲੀ ਸਾਡੀ ਰੂਹ ਵਾਸਤੇ ਹੈ, ਉਹ ਬਾਹਰ ਵੱਜੇਗੀ ਅੰਦਰਲੀ ਆਵਾਜ਼ ਖੁੱਲ੍ਹ ਜਾਂਦੀ ਹੈ। ਇੱਕ ਸਾਡੇ ਮਨ ਦੇ ਵਾਸਤੇ ਹੈ, ਬਾਹਰ ਗਾਣੇ, ਮਿਊਜ਼ਿਕ, ਫਿਲਮਾਂ 'ਚ ਗਾਣੇ, ਉਹਦੇ ਨਾਲ ਸਾਡਾ ਮਨ ਮੋਟਾ ਹੁੰਦਾ ਹੈ, ਉਹਦੇ ਨਾਲ ਸਾਡਾ ਜਿਸਮ ਥਰਾਏਗਾ, ਨੱਚੇਗਾ, ਹਿੱਲੇਗਾ। ਜਿਹੜੀ ਰੂਹ ਦੀ ਗ਼ਜ਼ਾ ਬਣਦੀ ਉਹ ਮੌਸੀਕੀ ਬਾਤਨ ਦੀ, ਉਹਦੇ ਨਾਲ ਜਿਹੜੀ ਰੂਹ ਨੱਚਦੀ ਹੈ, ਉਹ ਬਾਹਰੋਂ ਜਿਸਮ ਨੂੰ ਕੁਛ ਨਹੀਂ ਹੋਏਗਾ, ਲੇਕਿਨ ਬਜ਼ੁਰਗ ਬਾਹਰ ਵੀ ਨੱਚ ਪਏ, ਉਹ ਅੰਦਰ ਦੇ ਨਾਲ ਲੈ ਲੱਗੀ ਨਹੀਂ ਤਾਂ ਬਾਹਰ ਉਹਨਾਂ ਦਾ ਜਿਸਮ ਵੀ ਨਮਾਜ਼ ਵਿੱਚ ਵੀ ਨੱਚ ਪਿਆ। ਬਹੁਤ ਸਾਰੀਆਂ ਕਿਤਾਬਾਂ ਬਿਲਕੁਲ ਪਈਆਂ ਨੇ, ਬਹੁਤ ਸਾਰੇ ਵਾਕਿਆਤ ਪਏ ਨੇ ਕਿ ਉਹ ਅੰਦਰ ਦੀ ਆਵਾਜ਼ ਦੇ ਨਾਲ, ਉਹ ਲੈ ਦੇ ਨਾਲ ਲੈ ਰਲ ਗਈ। ਜਦੋਂ ਆਵਾਜ਼ ਰਲਦੀ ਹੈ ਉਹ ਮਸਤੀ ਹੈ। ਉਸ ਨੂੰ ਕੁਰਾਨ ਸ਼ਰੀਫ ਨੇ ਕਿਹਾ ਸ਼ਰਾਬਨ ਤਹੂਰਾ, ਕਿ ਜੰਨਤ ਵਿੱਚ ਐਸੀ ਸ਼ਰਾਬ ਮਿਲੇਗੀ, ਸ਼ਰਾਬਨ ਤਹੂਰਾ, ਪਾਕ ਹੋਏਗੀ, ਸਫੈਦ ਹੋਏਗੀ, ਸਾਫ਼ ਹੋਏਗੀ। ਉਹ ਜਿਹੜਾ ਇੱਥੇ ਬੈਠਾ ਬੰਦਗੀ ਕਰਦਾ ਉਸ ਨੂੰ ਇੱਥੇ ਮਿਲ ਜਾਂਦੀ ਸ਼ਰਾਬਨ ਤਹੂਰਾ, ਉਹ ਮੁਰਸ਼ਦ ਦੀਆਂ ਅੱਖਾਂ ਨਾਲੋਂ ਮਿਲਦੀ ਹੈ। ਉਹ ਉਹਦੀ ਮਸਤੀ 'ਚ ਮਸਤ ਰਹਿੰਦਾ ਹੈ, ਉਹ ਦੁਨੀਆ 'ਚ ਵੀ ਕੰਮ ਕਰਦਾ ਹੈ, ਗੱਲਾਂ ਬਾਤਾਂ ਵੀ ਕਰਦਾ, ਸ਼ਾਦੀਆਂ ਵਿਆਹ ਵੀ ਕਰਦਾ, ਸਭ ਕੁਛ ਕਰਦਾ ਹੈ, ਲੇਕਿਨ ਉਹਦੀ ਲਗਨ ਅੰਦਰ ਬਾਤਨ 'ਚ ਲੱਗੀ ਹੁੰਦੀ ਹੈ। ਇਹੋ ਹੀ ਕੁਰਾਨ ਸ਼ਰੀਫ 'ਚ ਵੀ ਆਉਂਦਾ ਹੈ कि ऐ ईमान वालो नज़दीक ना जाओ नमाज के, जिस हाल में तुम मस्त हो, ता वक़्त तुम जान ना लो जो कुछ तुम कहते हो। बाली शराब तो वैसे ही ममनू है,
ਹਰਾਮ ਆ ਕਿ ਅੰਦਰ ਜਦੋਂ ਮਸਤੀ 'ਚ ਇਨਸਾਨ ਜਾਂਦਾ ਹੈ, ਉਸ ਆਵਾਜ਼ ਨੂੰ ਸੁਣਦਾ ਹੈ, ਕਹਿੰਦੇ ਉਹ ਵੀ ਨਮਾਜ਼ ਨਹੀਂ ਪੜ੍ਹ ਸਕਦਾ। ਵਾਹ ਰੂਮ ਵੀ ਇਹ ਕਹਿੰਦੇ ਨੇ, ख्वाजा फरीद भी ये कहते हैं, सर अनहद तबल शहाना खुश मुतरब तान तराना नफल नमाज दोगाना विसर गईयां 2 3 4 रकातां। कहते जी बाहरली नमाज आ वो तो जिस्म नाल पढ़ होंदी है, तो जो रूह ने जिस्म नूं खाली किया वो किवें पढ़ होगी। बुल्ले शाह भी एक और काफ़ी कहते हैं कि नमाज पढ़ा कि तैं वल तक्कां, कि नमाज तो है कि उस मौला नूं देखण वास्ते कि तू आ गया, मैं अजे नीयत भी नहीं बनी, तू आ गया। नमाज पढ़ा कि तैं वल तक्का, मैनू काबा भुल गया होए, काबे वालों मेरा मूँह भी नहीं सगा, तेनू वेखा तेरी शरह नूं वेखा, मैनू अगला फिक्र पे होई कि तेरी जिहड़ी शरीयत है वो कहती है कि तू वजू करके काबे वालों मूँह करके नमाज पढ़। हुण तू पहलों ही आ गया वा, मेरा काबे वालों मूँह भी नहीं सगा, तो मैं नमाज भी अजे नीति रिहा सी, वजू करके आया सगा, तो तू आ गया है। हुण दस मैं की करा, शरीयत भी तेरी बनाई हुई है, हकीकत भी तेरी बनाई हुई है। जिहड़े शरीयत च फसे होणगे वो मैनूं ठुड्डे मारदे ने कि अव्वल तो मसीते वड़दा ही नहीं, जे आ गया तो मूँह ऐनूं करके उहनूं खड़ा चुप करके। हुण जिस दी बातां दी अख खुली है वो जरे जरे च उस जात नूं देखदा है, जिस दी नहीं खुली वो किते भी नहीं देख सकदा, ना अपने अंदर ना बाहर किते भी नहीं देख सकदा। रूम कहते हैं बांगे अजब अज आसमाने दर मै रसीद हर सायते, कहते एक अजीब रसीली सदा आ रही है जिहड़ी खिंचण वाली है, जिहड़ी मज़ा देण वाली है। कहते सवाए किसी खुश नसीब दे उस बाग नूं या कलमे नूं कोई नहीं सुन सकता। बड़ा उच्चा नसीब होवे, बड़ी खुशकिस्मती होवे, मुरशद मिले, वो इहड़ा कन्नां दीयां मोहरां तोड़े, साडियां दिलां दीयां तोड़े, अखां दीयां तोड़े, तो फिर जाके वो सुन होंदी या देख होंदी है। इंसान की करता है, इसकी कदर नहीं करता, बिल्कुल ही नहीं कदर करता। वो कहता मुर्शिद को कोई बाहरी चीज़ पैसा मिले, कोई सोना मिले, कोई जमीना मिलन, कोई दुकाना मिलन, कोई बाहर सब कुछ करे साडे नाल, फिर तो मुर्शिद हैगा। ये नहीं पता कि वो इस नेगेटिव पावर कोलों, शैतान कोलों तुहानूं छुड़वा रहा वा, तुहाडे मुकाफाते अमल नूं अपने उपर लैके खत्म कर रहा वा। नहीं, इहदी कदर ही कोई नहीं हैगी, बल्कि यही कहांगे जी फलानी निशानी हुई, फलानी निशानी हुई, फलानी निशानी हुई। जेल खाने चों छड़ा के आज़ादी रूह नूं देनी ये सौखा काम नहीं है। ये जो सानूं समझ लगेगी या बातन च जावांगे फिर कदर होएगी मुर्शद के मुर्शद की चीज़ होंदा है दुनिया के उत्ते। अंजील शरीफ च भी यही लिखा कि इब्तिदा में कलाम था, कलाम खुदा के साथ था, कलाम खुदा था और सारी चीज़ें इसी के वसीले से पैदा हुई और जो कुछ पैदा हुआ इससे कोई चीज़ भी इसके बगैर पैदा नहीं हुई और इसमें ज़िंदगी थी, ज़िंदगी आदमियों का नूर था। कि जिहड़ी आवाज़ ये बिलहक है वो तुसीं चाहे कुरान शरीफ पढ़ लो, अंजील पढ़ लो, कोई भी इल्हामी किताब पढ़ लो या बजुर्गों के कलाम पढ़ लो, उन्होंने सारिਆਂ ने जिक्र किया क्योंकि उहदे जरिए ही सब कुछ है। वही आवाज़ कुन है, जिस इंसान को भी वो आवाज़ कुन आ गई वो सब शे करता है। ये अल्लामा इकबाल साहब भी कहते हैं कि तू राज़े कुन फकां है, कि जिहड़ी कुन दी आवाज़ का राज है इंसान तुझे रब ने दे दिया। तू राज़े कुन फकां है, अपनी आँखों पर, ये आँखें हैं ना, यहाँ थोड़ा सा ऊपर आ जा, अपनी आँखों पर अयां हो जा, खुदी का राज ना हो जा, खुदा का तर्जुमा हो जा। कि तेरे अंदर हर इंसान दे अंदर बच्चा बुढ़ा औरत कोई भी है वो आवाज़ रख के भेज देती हुई है कि जिसने भी सुकून विच जाना होवे इत्थे आ जावे, इत्थे आवाज़ चल रही है। हुण असी की करते हैं, असी अखां तो उस जगह तो थले रहने हैं, इस वास्ते असी एक दूए नाल खिच्चाताणी, एक दूए नूं दुश्मन, एक दूए दी चुगलियां, एक दूए नाल सब कुछ कर रहे हैं। वो सानू वो जिहड़ी चीज़ आ वो इत्थे नहीं आउण दिंदी। इस वास्ते क्या मना रफ, पहलों अपने आप नूं जाणो कि तुसी भी उहदे हिस्से हो उसे ज़ात दे। अपने नूर नूं देखो कि किन्ने नूर नाल साडी बाडी चल रही है, साडी अकल चल रही है, साडा फहम चल रहा, साडा अदराक चल रहा।
ਸਾਡੀ ਦੇਖਣ ਦੀ ਜਿਹੜੀ ਤਾਕਤ ਆ, ਸ਼ਕਤੀ ਆ, ਉਹ ਚੱਲ ਰਹੀ ਹੈ। ਹੁਣ ਅਸੀਂ ਉਸ ਨੂੰ ਨਹੀਂ ਦੇਖਿਆ, ਅਸੀਂ ਰੱਬ ਵੱਲ ਭੱਜ ਪਏ ਹਾਂ। ਉਹਦੀ ਬੰਦਗੀ ਕਰਨ ਵੀ, ਉਹਨੂੰ ਦੇਖਣ ਵਾਸਤੇ ਵੀ ਭੱਜ ਪਏ ਹਾਂ। ਇਹ ਨਹੀਂ ਪਤਾ ਕਿ ਅਸੀਂ ਖੁਦ ਰੱਬ ਦੇ ਹਿੱਸੇ ਹਾਂ, ਖੁਦ ਨੂਰ ਦੇ ਹਿੱਸੇ ਹਾਂ। ਅਸੀਂ ਸ਼ਕਲਾਂ ਤੇ ਚਲੇ ਗਏ ਹਾਂ ਔਰ ਸ਼ਾਰਟਕਟ ਰਸਤਾ ਪਾਉਣਾ ਚਾਹੁੰਦੇ ਹਾਂ। ਕਿਸੇ ਨੇ ਕਹਿਤਾ ਫਲਾਨਾ ਬਜ਼ੁਰਗ ਦਾ ਉਦੋਂ ਤੁਰ ਪਿਆ, ਕਿਸੇ ਨੇ ਕਹਿਤਾ ਹੈ ਸਾਰਾ ਕੁਝ ਅੰਦਰ, ਜਦੋਂ ਮਿਲਣਾ ਅੰਦਰੋਂ ਮਿਲਣਾ। ਜਿਹੜਾ ਚੁੱਪ ਕਰਕੇ ਲੱਗਾ ਰਿਹਾ ਉਹ ਕਿਤੇ ਨਾ ਕਦੇ ਮੰਜ਼ਿਲ ਤੇ ਪਹੁੰਚ ਜਾਏਗਾ। हदीस शरीफ भी है कि जिसने अपने राज को छुपाया वो मंजिल मकसूद पर पहुंच गया। असी छुपाने नहीं, असी छित नहीं दस दिंदे आ कि मेरा तो कुछ नहीं बनया, मैनूं 30 साल हो गया आउंदियां नूं। बल्कि एक मुर्शिदां दा किस्सा हुंदा है, उन्हें जाके मुकदमा दायर कर दिता जज दे अगे कि जी ये कहंदे सी जी तुहानूं रब दिखावांगे तो मैनूं दिखाया नहीं है। हुण वो भी उन्होंने मनण वाला सी, कुर्सी तो टुकड़ा आण के नहीं मैं मुजरम बन के आया तुहाडे कोल, कुर्सी होर मंगा लो। मंगाई गई कुर्सी। कहंदे जी इन्होंने यह कहा, कहंदे इन्हां को जिहड़ा मैं वादा लिया सीगा कि परहेज करनी पुछे ने कीती? उन्हें कहा नहीं जी। डैरी भरनी सी भरी? कहंदा नहीं जी। 2.5 घंटे क्या सी बैठना, बैठदा है रोज़? कहंदा नहीं जी। हुण जिहड़ी भी गल मुर्शिद करन वो कहे नहीं जी। भी जद कहना ही नहीं मन्निया, दवाई डॉक्टर को लै आंदी, जाके अलमारी च रख दी तो आराम कित्थों आउणा वा? खाओगे तो आराम आउणा ना। जदों असीं खाना नहीं, कहना नहीं मनना, उदों की बनना? कुछ भी नहीं बनना। उदों तो जिवें वो मुर्शिदां दे खिलाफ होया, इवें असीं खिलाफ हो जावांगे, क्योंकि मन हावी हो जाएगा, रूह साडी दब जाएगी। जदों असीं हर रोज़ बंदगी करांगे, रूह उपर आउंदी है, वो मन नूं दबा के रखदी है, वो मन नूं अगे जवाब दिंदी है कि दर्श च भी गल आई सी, यह भी गल आई सी, यह भी गल आई सी। जदों मन हावी हो जाता है, वो रूह की गल कोई नहीं सुनता। ताकि शाह अहमद नियाज़ फरमाउंदे ने, इन्हां दा भी कलाम फारसी विच है कि सारे आलम विच एक आवाज़ गूंज रही है, उस नाल ही कायम है। बगैर सतून तो आसमान खड़ा है, पानी ते जमीन बिछी हुई है। जिस वक्त भी वो मौला क्यामत चाहुंदा वा, आवाज़ नूं खिच लैंदा वा। साडी मौत भी इवें ही आउंदी है, क्योंकि फरिश्ते देखे नहीं, इस वास्ते वो फरिश्तियां दा नाम लिया जाता, क्योंकि नूरी है सारा कुछ बिखरिया होया है कि फरिश्ता आएगा जी तो तुहाडी जान कढेगा जी। वो किस दी कढदा है? थानेदार, पुलिस, फौज किस वास्ते है? जिहड़ा कानून की पासदारी नहीं करता, उहदे वास्ते हथकड़ियां लैके पुलिस आ जाती है, मिलटरी आ जाती है, सारा शहर बिगड़ जाए, मुल्क वाले मिलटरी के हवाले कर देंगे, क्योंकि गोलियां ना डंडियां ना सीधे करते फिर बंदियां नूं। जिहड़ा रब दा रसूल दा कहना नहीं मन्नेगा, बंदगी नहीं करेगा, अपने आप नूं नहीं जानेगा, अपने रब नूं नहीं पहचानेगा, शैतान उन्हां वास्ते है, फरिश्ते उन्हां वास्ते है, सज़ा जज़ा उन्हां वास्ते है। जिवें कुरान शरीफ कहता है कि अल्लाह को अपना दोस्त बनाओ, जिसने दोस्त बनाया उहदे वास्ते की दोस्त बुरा सोचेगा? नहीं। जिसने नहीं बनाया, फरिश्ते भी उहदे वास्ते है, दोज़ख भी उहदे वास्ते है, सज़ा भी उहदे वास्ते है। जिन्हें शिरक ही नहीं किया, उहदे वास्ते पुलिस भावें फिरदी रहे उहदे आले दुआले, फौज भावें फिरदी रहे उहदे आले दुआले, उहनूं काहदा काम होएगा, उहनूं काहदा फिक्र होएगा? ये ला नूं कायम करने वास्ते, कानून नूं कायम करने वास्ते, जिवें बाहर पुलिस मिलटरी सब कुछ है, जज है, सब कुछ है, इवें ही वतन दा भी है। इवें ही जिहड़े फरिश्ते या जिन भूत उन्हां वास्ते है जिहड़े ये काम नहीं करते, जिहड़े रब दा कहना नहीं मनते। जिहड़े मनदे अल्लाह रसूल उहदा दोस्त हुंदा है, उहदे वास्ते तो कोई नहीं है। यही बाऊ साहब कहते, अंदर कलमा कुल कुल करदा कि जाने खलकत भूली हो, कलमा मैनू पीर फड़ाया जिंद जान उस ती गोली हो। हुण कलमा असीं सारे कलमा गो बैठे हुए हैं, ला इलाहा इल्लल्लाह मुहम्मद रसूलुल्लाह सारे पढ़ते हैं, लेकिन इसका प्रैक्टिकल कौन करता है? ला का मतलब कोई नहीं कि अपनी बाडी नूं ला करो कि मैं कुछ भी नहीं हैगा, जो कुछ हैगा
उस मौला दे अल्लाह दे सहारे हैगा। तो इल्ला अल्लाह नूं देखो। हुण असी ये तो तोता भी पढ़ लेंदा ला इलाहा इल्लल्लाह मुहम्मद रसूलुल्लाह, क्या इंसान बन गया है। हुण असी अपनी बाडी नूं ला करना नहीं सीखिया। रसूल पाक सल्लल्लाहु अलैहि वसल्लम दे टाइम कलमा पढ़ाउंदे सी, नाल नूरे लाए नूरे मोहम्मदी दिखाउंदे सी। किताबां च लिखिया मेरे को पईयां ने। हुण असी सारे भुल गए, चाहे सानूं सिखाउण वाले कलमा वो भी भुले फिरदे ने, चाहे पढ़न वाले वो भी भुले फिरदे ने। और ये ला इलाहा जिहड़ा ये सारे पैगंबरां नाल आया होया वा कि नहीं कोई सिवाय अल्लाह। ये चीज़ असी देखनी है कि सानू इतनी बंदगी करिए, इतनी बंदगी करिए, इतनी बंदगी करिए कि अल्लाह दे सिवा कोई चीज़ नज़र ना आवे, ये बाडियां नज़र ना आउण। इन्हां दे विच जिहड़ा तस्वीरां नूं बनाउण वाला मुसव्वर है, जिहड़ा नूर चला रहा, सानू वो नज़र आवे। इस वास्ते फुकराए कामलीन या पैगंबर जिन्ने भी होए ने वो क्यों सारिਆਂ नाल प्यार करते हैं, चाहे जानवर है, चाहे कीड़ियाँ हैं, चाहे कीड़े मकौड़े ने, चाहे शेर हाथी ने, चाहे हरनी है, चाहे ऊँटनी है। देखो रसूल पाक सल्लल्लाहु अलैहि वसल्लम के सारे वाक़यात वो उस नूर नूं देखदे सीगे। दुश्मन सज्जन नूं भी देखदे सीगे। आप सल्लल्लाहु अलैहि वसल्लम जो जंग के दौरान दंद शहीद होए ने तो सहाबा कराम ने कहा कि बददुआ करो दुश्मनों वास्ते। उन्होंने कहा मैं बददुआ देने वास्ते नहीं आया होया, मैं दुआ वास्ते आया होया वा। अज कोई है बंदा उन्होंने उम्मती कि वह दंद कोई तोड़ दवे तो उन्होंने गाली ना कढ़े, उन्होंने सजा ना दवे या उन्होंने बदला ना लवे। नहीं, असी उम्मती तो कहलाउने हैं, लेकिन ये पता नहीं कि उम्मत बनी किवें सीगी। रसूल पाक सल्लल्लाहु अलैहि वसल्लम दे कोल कोई भी मुसलमान नहीं आया सीगा। उन्होंने हदीस है पहला मुसलमान मैं हाँ। कोई बुत परस्त, कोई सतारा परस्त, ये सारे दूसरे मजहबां दे कोल आए सी। उन्होंने प्यार नाल समझाया बुझाया भी तैनूं तेरा राम दिखावांगा, तैनूं तेरा भगवान दिखावांगा, तैनूं तेरा रब दिखावांगा, तैनूं तेरा खुदा दिखावांगा, तैनूं तेरा गाड दिखावांगा, बैठ तेरे अंदर है। सारे मती हो गए, सारे कलमा पढ़न लग पए, सारे मुसलमान हो गए। असी की करते हैं, असी मुसलमानों नूं मुसलमान बनाउण दए हैं, बल्कि काफर बनाउण दए हैं। क्योंकि असल मुसलमान तो वह है जिहड़ा अपने अंदर देखेगा, ला इलाहा इल्लल्लाह प्रैक्टिकल करेगा, वो मुसलमान कहलाने का हकदार है। कलमा गो तो असी सारे ही है, मुसलमानों के घर पैदा होए। इस वास्ते हज़रत मौलाना रूम ने आख्या वा कि जिहड़े असी अजकल के मुसलमान है ये नस्ली मुसलमान है, असली नहीं। असली सहाबा कराम सीगे, क्योंकि उन्होंने मजहब मुसलमान नहीं सीगा। वो आप सल्लल्लाहु अलैहि वसल्लम के कदमां च आण के मुसलमान बने सीगे। असी है नस्ली, साडे बाप दादा मुसलमान सीगे, असी उन्होंने घर पैदा हो गए, मुसलमान हो गए। वो जिहड़े सी उन्होंने बाप दादा मुसलमान नहीं सीगे, वो सारे काफर सीगे। बुत परस्ती, सतारा परस्ती, आतिश परस्ती, अग परस्त सीगे। वो सीगे असल मुसलमान कि उन्होंने लानतां तानतां अपने मजहब दियां भी पैंदियां सीगियां ते रसूल पाक सल्लल्लाहु अलैहि वसल्लम कोई छुप कर आउंदे सीगे। किसी ने नहीं सी दसदे असीं रसूल पाक नूं मिल के आए हैं। वो मेहनत करते सीगे। मारूम कहंदे वो असली मुसलमान सी, असीं हैगे नस्ली, साडी नस्ल चल रही है मुसलमानों की कि असीं मुसलमानों के घर पैदा हो गए, असीं असली मुसलमान नहीं। तो यही कहते ने मौलाना रूम कहते ने बांगे जस्त वजूद गाफिल ना शुद ता खुर्शीद मैं आफिल ना शुद। कहते ऐसी बांग नूं ढूंढ जिहड़ी कदी खत्म ना होवे, उस च वक्फा भी नहीं है। असीं तो 5 वक्त अजाना दिन्ने हैं ना, कहते नहीं वो ऐसी अजान हो रही, उस च वक्फा ही है नहीं गा। कहते ऐसी बांग को ढूंढ जो कभी ख़त्म ना हो, और ऐसे सूरज की नूर की तलाश कर जो कभी गरूब ना हो। इसी तरह एक और वाक़या होंदा है हज़रत शाह अब्दुल अजीज़ नक्शबंदी का। उदों पाकिस्तान हिंदुस्तान एको ही सीगे, दिल्ली चो रहिंदे हुंदे सन। तो एक सतार वजाउण वाला है, तारां लगियां हुंदियां, तूंबा जिन्हों कहंदे ने, सतार भी कहंदे ने। वो वजाउण वाला आया तो उन्हें मन्नत मन्नी होवे कि मैं बादशाह नूं सतार बजा के तां दसांगा जे किसी फकीर कोल जावां। वो दिल्ली गया तो उन्हें देखा, उन्हें पूछा किसी को कि कोई है फकीर। उन्हें कहा जी कि
ਮੌਲਵੀ ਅਬਦੁਲ ਅਜ਼ੀਜ਼ ਹੈਗਾ, ਬਸ ਹੋਰ ਤੋਂ ਵੱਡਾ ਉਲਮਾ ਇੱਥੇ ਕੋਈ ਵੀ ਨਹੀਂ ਹੈਗਾ। ਉਹਦੇ ਕੋਲ ਗਿਆ ਤਾਂ ਉਹਨਾਂ ਨੇ ਆਖਿਆ ਵੀ ਮੈਂ ਤੁਹਾਨੂੰ ਸਤਾਰ ਵਜਾ ਕੇ ਦਸਾਉਣੀ ਹੈ। ਉਹਨੇ ਕਿਹਾ ਵੀ ਅਸੀਂ ਤਾਂ ਮੌਲਵੀ ਲੋਕ ਹਾਂ, ਨਕਸ਼ਬੰਦੀ ਮੇਰਾ ਸਿਲਸਿਲਾ ਹੈ, ਸਾਨੂੰ ਬਾਜਿਆਂ ਗਾਜਿਆਂ ਨਾਲ ਕੀ ਨਿਸਬਤ ਹੈਗੀ ਹੈ। ਉਹਨੇ ਕਿਹਾ ਨਹੀਂ ਜੀ, ਮੈਂ ਮੰਨਤ ਮੰਨੀ ਆ, ਤੁਸੀਂ ਮਿਹਰਬਾਨੀ ਕਰੋ ਅਤੇ ਮੇਰੀ ਸਤਾਰ ਸੁਣ ਲਵੋ। ਉਹਨੇ ਕਿਹਾ ਅੱਛਾ ਵਜਾ। ਜਦੋਂ ਸਤਾਰ ਵਜਾਈ ਤਾਂ ਵਜਾਉਂਦਾ ਹੀ ਪਿਆ ਸੀਗਾ ਹਜੇ, ਤਾਂ ਉਹਨੇ ਕਿਹਾ ਤੂੰ ਗਲਤੀ ਕੀਤੀ ਹੈ ਫਲਾਨੀ ਜਗ੍ਹਾ 'ਤੇ। ਉਹਨੇ ਸਤਾਰ ਜ਼ਮੀਨ 'ਤੇ ਪਾੜ ਕੇ ਤੋੜ ਦਿੱਤੀ। ਉਹਨੇ ਕਿਹਾ ਕਿ ਜਿਹਦੇ ਮੁਲਕ ਦਾ ਮੌਲਵੀ ਇਹੋ ਜਿਹਾ, ਉਹ ਬਾਦਸ਼ਾਹ ਕਿਹੋ ਜਿਹਾ ਹੋਏਗਾ। ਉਹਨੇ ਕਿਹਾ ਹਜ਼ਰਤ ਤੁਸੀਂ ਇਹ ਦੱਸੋ, ਤੁਸੀਂ ਤਾਂ ਕਹਿੰਦੇ ਮੌਲਵੀਆਂ ਅਤੇ ਨਕਸ਼ਬੰਦੀਆਂ ਅਤੇ ਅਸੀਂ ਕਦੀ ਬਾਜਾ ਗਾਜਾ ਸੁਣਿਆ ਨਹੀਂ, ਅਤੇ ਗਲਤੀ ਕਿੱਦਾਂ ਪਕੜੀ? ਮੈਨੂੰ ਪਤਾ ਹੈ ਗਲਤੀ ਹੈ, ਲੇਕਿਨ ਵੱਡੇ ਤੋਂ ਵੱਡਾ ਉਸਤਾਦ ਵੀ ਪਕੜ ਨਹੀਂ ਸੀ ਸਕਦਾ ਇਹ। ਉਹਨੇ ਕਿਹਾ ਕੋਈ ਐਸੀ ਗੱਲ ਨਹੀਂ, ਅਸੀਂ ਅੰਦਰ ਆਸਮਾਨਾਂ 'ਤੇ ਇਸ ਆਵਾਜ਼ ਨੂੰ ਸੁਣਦੇ ਹਾਂ, ਉਸ ਲੈ ਨਾਲ ਤੇਰੀ ਲੈ ਨਹੀਂ ਸੀ ਮਿਲੀ, ਇਸ ਵਾਸਤੇ ਤੇਰੀ ਗਲਤੀ ਜਿਹੜੀ ਉਹ ਅਸੀਂ ਦੱਸ ਦਿੱਤੀ ਹੈ। ਹੁਣ ਉਹ ਵੀ ਮੌਲਵੀ ਸਨ, ਅੱਜ ਕੱਲ੍ਹ ਦੇ ਵੀ ਮੌਲਵੀ ਦੇਖੋ ਕਿ ਜਿਹਨਾਂ ਨੂੰ ਆਵਾਜ਼ ਦਾ ਪਤਾ ਹੀ ਨਹੀਂ ਹੈਗਾ ਕਿ ਅੰਦਰ ਲਾ ਮਕਾਨ 'ਤੇ ਆਵਾਜ਼ ਵੀ ਹੋ ਰਹੀ ਹੈ। ਹਾਲਾਂਕਿ ਕੁਰਾਨ ਸ਼ਰੀਫ 'ਚ 2 ਸੂਰਤਾਂ, ਸੂਰਤ ਯਾਸੀਨ ਔਰ ਸੂਰਤ ਕਾਫ ਵਿੱਚ ਆ ਚੁੱਕਾ ਵਾ ਇਸੇ ਆਵਾਜ਼ ਦਾ ਜ਼ਿਕਰ। और हदीस शरीफ च भी मैं पहले ही बयान कर चुका रसूल पाक सल्लल्लाहु अलैहि वसल्लम कि वही मुझे ऐसे नाजिल होती है जैसे घंटियों की झंकार होती है, देख के जोश की होती है, मक्खियों की भिनभिनाहट होती है। उस आवाज़ ਨਾਲ ਸਾਰਾ ਕੁਛ ਕਾਇਮ ਹੈ। ਉਸ ਆਵਾਜ਼ ਨੂੰ ਅਸੀਂ ਆਵਾਜ਼ ਤਾਂ ਕਰ ਰਹੇ ਹਾਂ, ਲੇਕਿਨ ਆਵਾਜ਼ ਸੁਣਦੇ ਨਹੀਂ। ਕਲਮਾ ਤਾਂ ਕਰ ਰਹੇ ਹਾਂ, ਬਾਤਨ ਦਾ ਕਲਮਾ ਨਹੀਂ ਸੁਣ ਰਿਹਾ ਹੈ। ਹੁਣ ਕਿਵੇਂ ਸੱਚੇ ਮੁਸਲਮਾਨ ਜਾਂ ਕਿਵੇਂ ਸਾਡੀਆਂ ਤਕਲੀਫਾਂ ਦੂਰ ਹੋਣਗੀਆਂ, ਸਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਕਿ ਸਾਡਾ ਉਸ ਜ਼ਾਤ ਨਾਲ ਕਿਸੇ ਤਰੀਕੇ ਨਾਲ ਵੀ ਕੰਟੈਕਟ ਨਹੀਂ ਹੈਗਾ। ਫੁਕਰਾਏ ਕਾਮਲੀਨ ਜਾਂ ਪੈਗੰਬਰਾਂ ਵਿੱਚ ਜਾਂ ਖਿਜ਼ਰ ਵਿੱਚ ਸਾਡੇ ਵਿੱਚ ਕੀ ਫ਼ਰਕ ਆ? ਇਹੀ ਫ਼ਰਕ ਵਾ। ਉਹਨਾਂ ਦਾ ਕੰਟੈਕਟ ਹੁੰਦਾ, ਉਹ ਮੂੰਹ 'ਚੋਂ ਜਿਹੜੀ ਗੱਲ ਕੱਢਦੇ ਆ ਹੋ ਜਾਂਦੀ ਹੈ, ਜਾਂ ਆਪਣੇ ਮਾਲਕ ਦੀ ਰਜ਼ਾ 'ਤੇ ਰਾਜ਼ੀ ਰਹਿੰਦੇ, ਜਿਵੇਂ ਮੌਲਾ ਤੇਰੀ ਬੌਝ ਹੈਗੀ ਹੈ। ਰਜ਼ਾ 'ਤੇ ਕੌਣ ਬੰਦਾ ਰਹਿ ਸਕਦਾ ਹੈ? ਕਿਉਂ ਸਾਰੀ ਦੁਨੀਆ ਦੁਖੀ ਹੈ, ਪਰੇਸ਼ਾਨ ਹੈ? ਕਿਉਂ ਹੈ ਕਿ ਜਿਹੜੀ ਸਾਡੀ ਮਰਜ਼ੀ ਅਤੇ ਰੱਬ ਦੀ ਮਰਜ਼ੀ, ਇਹਨਾਂ ਦੋਨਾਂ ਮਰਜ਼ੀਆਂ ਵਿੱਚ ਇਖਤਲਾਫ ਆ। ਰੱਬ ਕਹਿੰਦਾ ਬੰਦੇ ਮੇਰੀ ਮਰਜ਼ੀ ਮੰਨਣ, ਬੰਦਾ ਕਹਿੰਦਾ ਨਹੀਂ ਰੱਬ ਵੀ ਮੇਰੀ ਮਰਜ਼ੀ ਮੰਨੇ। ਇਸ ਵਾਸਤੇ ਅਸੀਂ ਦੁਆਵਾਂ ਵੀ ਮੰਗਦੇ ਹਾਂ ਕਿ ਰੱਬਾ ਅੱਜ ਸਰਦੀ ਬੜੀ, ਅੱਜ ਗਰਮੀ ਬੜੀ, ਅੱਜ ਬਾਰਿਸ਼ ਦੇ ਦੇ। ਦੇਖੋ ਪਿਛਲੀ ਹਿਸਟਰੀ ਪੜ੍ਹ ਕੇ ਦੇਖੋ, ਦੁਨੀਆ 'ਤੇ ਅਨਾਜ ਨਹੀਂ ਸੀਗਾ, ਬਾਰਿਸ਼ ਅਨਾਜ ਦੀ ਹੋਈ। ਬੰਦਾ ਕਹਿੰਦਾ ਨਾ ਅਸੀਂ ਕਿੱਥੋਂ ਖਾਵਾਂਗੇ? ਉਹਨੂੰ ਪੂਜ ਕੇ ਤਾਂ ਦੇਖੋ, ਉਹਦੀ ਇਬਾਦਤ ਤਾਂ ਕਰਕੇ ਦੇਖੋ। ਇੱਕ ਵਕਤ ਵਿੱਚ ਸੋਨੇ ਦੇ ਸਿੱਕਿਆਂ ਦੀ ਵੀ ਬਾਰਿਸ਼ ਹੋ ਚੁੱਕੀ ਹੈ। ਅਸੀਂ ਪੈਸੇ ਤੋਂ ਤਰਸਦੇ ਹਾਂ। ਅਸੀਂ ਉਹਦੇ ਬੱਚੇ ਕਹੋ, ਹਿੱਸੇ ਕਹੋ, ਕੋਈ ਬਾਪ ਆਪਣੀ ਔਲਾਦ ਨੂੰ ਦੁਖੀ ਦੇਖ ਸਕਦਾ ਹੈ? ਨਹੀਂ। ਇਵੇਂ ਉਹ ਜ਼ਾਤ ਵੀ ਨਹੀਂ ਦੇਖਦੀ। ਸਾਡੀ ਨੀਤਾਂ 'ਚ ਫਤੂਰ ਆ, ਅਸੀਂ ਉਹਨੂੰ ਮੰਨਦੇ ਹੀ ਨਹੀਂ ਗੇ। ਅਸੀਂ ਉਹਨੂੰ ਮੰਨੀਏ ਤਾਂ ਉਹ ਔਲਾਦ ਵਾਸਤੇ ਕੁਛ ਕਰਦਾ ਹੈ ਕਿ ਨਹੀਂ ਕਰਦਾ ਹੈ? ਕਿਵੇਂ ਮਾਂ ਬਾਪ ਆਪਣਾ ਵੇਚ ਕੇ ਵੀ ਔਲਾਦ ਦੀ ਪਰਵਰਿਸ਼ ਕਰ ਰਿਹਾ ਹੈ। ਤੋ ਜਿਹੜਾ ਮਾਲਕ ਕੁੱਲ ਹੈ, ਜਿਹਦੀ ਸਾਰੀ ਔਲਾਦ ਹੈ, ਅਸੀਂ ਹਦੀਸ ਕੁਦਸੀ ਪੜ੍ਹ ਕੇ ਦੇਖੋ कि ज़माने को बुरा मत कहो, ज़माना मैं हूँ, ज़माने को गाली मत दो, ज़माना मैं हूँ। ਅਸੀਂ ਰੋਜ਼ ਹੀ ਬਕਣਦੇ ਹਾਂ ਗਾਲੀਆਂ ਇੱਕ ਦੂਜੇ ਨਾਲ। ਹੁਣ ਅਸੀਂ ਸਮਝਦੇ ਹਾਂ ਅਸੀਂ ਖੁਦਾ ਨੂੰ ਗਾਲੀ ਦੇਣ ਦੇ ਹਾਂ, ਪੜ੍ਹਦੇ ਹਾਂ, ਇਹ ਸਾਰੇ ਹਦੀਸਾਂ ਪੜ੍ਹਦੇ ਨੇ, ਲੇਕਿਨ ਅਮਲ ਨਹੀਂ ਹੈ ਸਾਡਾ। ਨਾ ਅਮਲ ਕਰਕੇ ਅਸੀਂ ਸਾਰੇ ਪਰੇਸ਼ਾਨ ਹਾਂ। ਅਮਲ ਕਰਾਂਗੇ ਕੋਈ ਪਰੇਸ਼ਾਨੀ ਨਹੀਂ। ਕਾਹਦੀ ਪਰੇਸ਼ਾਨੀ ਹੈ? ਨੰਗੇ ਆਏ ਸੀ, ਜਾਂਦਿਆਂ ਵੀ ਪਤਾ ਨਹੀਂ ਕਫਨ ਨਸੀਬ ਹੋਣਾ ਕਿ ਨਹੀਂ ਹੋਣਾ। ਅਸੀਂ ਉਸ ਹਸੀਅਤ ਨੂੰ ਭੁੱਲ ਗਏ ਹਾਂ। ਔਰ ਕੁਰਾਨ ਸ਼ਰੀਫ 'ਚ ਕਈ ਜਗ੍ਹਾ 'ਤੇ ਆ ਚੁੱਕਾ ਹੈ ਕਿ ਇਨਸਾਨ तू अपनी पैदाइश की तरफ गौर कर कि तू किस चीज़ से पैदा हुआ है। गंदे पानी से। तफसील नाल कुरान जी सब कुछ लिखा हुआ है। और किस चीज़ पर तू तरा रहा है। असी कहने कि साडा बच्चा वड्डा हो गया, सियाना हो गया, अकलमंद हो गया। नहीं, ये बेवकूफ़ बन रहा, क्योंकि मैं मेरी च आ जाता है।
ਛੋਟਾ ਹੁੰਦਾ ਸੀ ਉਦੋਂ ਤੂੰ ਤੇਰੀ 'ਚ ਸੀਗਾ, ਨਾ ਇਸ ਨੂੰ ਨੰਗਦਾ ਸੀਗਾ, ਨਾ ਇਸ ਨੂੰ ਭੁੱਖਦਾ ਸੀਗਾ। ਮਾਂ ਫੜ ਫੜ ਕੇ ਰੋਟੀ ਖਿਲਾਉਂਦੀ, ਮਾਂ ਫੜ ਫੜ ਕੇ ਕੱਪੜੇ ਪਾਉਂਦੀ। ਅਸੀਂ ਕਹਿੰਦੇ ਸਿਆਣਾ ਹੋ ਗਿਆ, ਇਹ ਪੜ੍ਹ ਲਿਖ ਗਿਆ, ਇਹ ਬੜਾ ਅੱਛਾ ਹੋ ਗਿਆ। ਨਹੀਂ, ਇਹ ਬੇਵਕੂਫ ਹੋ ਗਿਆ। ਇਹਨੂੰ ਉੱਤੇ ਭਰੋਸਾ ਟੁੱਟ ਗਿਆ। ਛੋਟੇ ਹੁੰਦੇ ਨੂੰ ਬੜਾ ਭਰੋਸਾ ਸੀਗਾ, ਲੋਕ ਸਾਰੇ ਖਿਆਲ ਕਰਦੇ ਸੀਗੇ। ਅੱਜ ਵੀ ਜਿਹਨੂੰ ਭਰੋਸਾ, ਉਹਦੇ ਲੋਕ ਹੀ ਖਿਆਲ ਕਰਦੇ ਨੇ। ਉਹ ਰੱਬ ਹੀ ਖਿਆਲ ਕਰਦਾ, ਉਹ ਦਿਲਾਂ 'ਚ ਪਾਉਂਦਾ ਹੈ, ਫਲਾਣੇ ਜਾ ਕੇ ਇਮਦਾਦ ਕਰ ਦਿਓ, ਫਲਾਣਾ ਐਸਾ ਕਰੋ। ਪਿਛਲੇ ਵਾਕਿਆ ਤਾਂ ਪੜ੍ਹੋ, ਦੇਖੋ ਕਿਵੇਂ। ਇਵੇਂ ਇੱਕ ਵਾਕਿਆ ਹੁੰਦਾ ਹੈ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਟਾਈਮ ਦਾ। ਇੱਕ ਸ਼ਖਸ ਮਗਰਿਬ ਦੀ ਨਮਾਜ਼ ਦਾ ਟਾਈਮ ਬੜਾ ਸ਼ਾਰਟ ਹੁੰਦਾ ਹੈ, ਉਹ ਦੁਆ ਨਹੀਂ ਸੀ ਮੰਗਦਾ ਹੁੰਦਾ, ਭੱਜ ਜਾਂਦਾ ਹੁੰਦਾ ਸੀ ਘਰ ਨੂੰ। ਸਾਹਬਾ ਕਰਾਮ ਨੇ ਕਿਹਾ, ਲੋਕਾਂ ਨੇ ਕਿਹਾ, ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੱਕ ਵੀ ਗੱਲ ਪਹੁੰਚੀ। ਉਹਨਾਂ ਨੇ ਕਿਹਾ ਕਿ ਕੋਈ ਨਹੀਂ, ਜਦੋਂ ਹੁਣ ਨੱਸਣ ਲੱਗੇ ਤਾਂ ਪਕੜ ਲਿਓ, ਉਸ ਨੂੰ ਤਾਂ ਮੇਰੇ ਕੋਲ ਲਿਆਓ। ਉਸ ਨੂੰ ਪਕੜਿਆ ਗਿਆ, ਲਿਆਂਦਾ ਗਿਆ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ। ਪੁੱਛਿਆ, ਸ਼ਖਸਾ ਤੂੰ ਕਿਉਂ ਭੱਜਦਾ ਵਾਂ, ਮਗਰ ਉਹਦੇ ਟਾਈਮ ਤੋਂ ਬਾਅਦ ਦੁਆ ਵੀ ਨਹੀਂ ਮੰਗਦਾ? ਕਹਿੰਦੇ ਹਾਂਜੀ। ਕਹਿੰਦੇ ਸਾਡੇ ਘਰ ਇੱਕੋ ਹੀ ਚਾਦਰ ਹੈ ਜੀ, ਅਤੇ ਭੱਜਦਾ ਇਸ ਤੋਂ ਕਿ ਇਹਦਾ ਟਾਈਮ ਜਿਹੜਾ ਉਹ ਬੜਾ ਥੋੜ੍ਹਾ ਹੁੰਦਾ ਮਗਰਿਬ ਦੀ ਨਮਾਜ਼ ਦਾ, ਅਤੇ ਮੈਂ ਇਹੋ ਹੀ ਚਾਦਰ ਆਪਣੀ ਬੀਵੀ ਨੂੰ ਜਾ ਕੇ ਦੇਣੀ ਆ, ਕਿਉਂਕਿ ਨੰਗਿਆਂ ਨਮਾਜ਼ ਨਹੀਂ ਹੁੰਦੀ, ਉਹਨੇ ਨਮਾਜ਼ ਪੜ੍ਹਨੀ ਆ। ਸਾਰੇ ਬੜੇ ਪਰੇਸ਼ਾਨ ਹੋਏ ਵੀ ਸਾਨੂੰ ਸ਼ਖਸ ਸਾਡੇ ਨਾਲ ਨਮਾਜ਼ ਵੀ ਪੜ੍ਹਦਾ, ਸਭ ਕੁਛ ਕਰਦਾ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ। ਸਾਰਿਆਂ ਨੇ ਪੈਸੇ ਇਕੱਠੇ ਕੀਤੇ, ਕਿਸੇ ਨੇ ਦਾਣੇ ਲਿਆਂਦੇ, ਕਿਸੇ ਨੇ ਘੇ ਲਿਆਂਦਾ, ਕਿਸੇ ਨੇ ਕੁਛ ਲਿਆਂਦਾ, ਅਤੇ ਊਠ ਭਰ ਕੇ 3-4 ਤੇ ਤੋਰ ਦਿੱਤੇ। ਹੁਣ ਬਾਹਰ ਟੱਲੀਆਂ ਖੜਕ ਰਹੀਆਂ, ਤਾਂ ਬੀਬੀ ਅੰਦਰੋਂ ਕਹਿਣ ਲੱਗੀ ਕਿ ਕੀ ਹੋ ਰਿਹਾ ਬਾਹਰ ਸ਼ੋਰ? ਉਹਨੇ ਕਿਹਾ ਕੋਈ ਊਠ ਸਾਡੇ ਘਰ ਵਾਲ ਨੂੰ ਆ ਰਿਹਾ। ਉਹਨੇ ਕਿਹਾ ਤੂੰ ਗੱਲ ਕੀਤੀ ਕੋਈ ਉੱਥੇ? ਕਹਿੰਦੇ ਹਾਂ ਐਵੇਂ ਐਵੇਂ ਰਸੂਲ ਪਾਕ ਨੇ ਪੁੱਛਿਆ ਸੀ। ਹੁਣ ਦੇਖੋ ਬੀਬੀ ਦਾ ਭਰੋਸਾ, ਦੇਖੋ ਬੀਬੀਆਂ ਵੀ ਬੈਠੀਆਂ ਇੱਧਰ, ਬੀਬੀ ਦਾ ਭਰੋਸਾ ਦੇਖੋ। ਉਹਨੂੰ ਕਿਹਾ ਤੂੰ ਰੱਬ ਦੀ ਸ਼ਿਕਾਇਤ ਰਸੂਲ ਕੋਲ ਕਿਉਂ ਲਾਈ? ਕਿ ਸਾਨੂੰ ਗਰੀਬੀ ਤਾਂ ਰੱਬ ਨੇ ਦਿੱਤੀ ਸੀਗੀ, ਅਤੇ ਤੂੰ ਰਸੂਲ ਅੱਗੇ ਸ਼ਿਕਾਇਤ ਕਿਉਂ ਲਾਈ ਕਿ ਸਾਡੇ ਕੋਲ ਖਾਣ ਨੂੰ ਹੈ ਨਹੀਂ, ਜਾਂ ਸਾਡੇ ਕੋਲ ਇੱਕ ਚਾਦਰ ਹੈਗੀ ਆ? ਉਸਨੇ ਊਠ ਮੋੜ ਦਿੱਤੇ। ਆਪ ਸੱਲੱਲਾਹੁ ਅਲੈਹਿ ਵਸੱਲਮ ਚੱਲ ਕੇ ਆਇਆ ਕਿ ਮੈਂ ਇਸ ਬੀਬੀ ਦੀ ਮੈਂ ਵੀ ਜ਼ਿਆਰਤ ਕਰਾਂ, ਕਿ ਜਿਹਨੂੰ ਇੰਨਾ ਰੱਬ 'ਤੇ ਭਰੋਸਾ ਵਾ। ਹੁਣ ਦੇਖੋ ਅਸੀਂ ਹਰ ਵਕਤ ਹੀ ਰੱਬ ਦੀਆਂ ਸ਼ਿਕਾਇਤਾਂ ਲਾਉਂਦੇ ਹਾਂ, ਇੱਕ ਦੂਸਰੇ ਨਾਲ ਬੇਸ਼ੱਕ ਅਸੀਂ ਗੱਲ ਕਰਦੇ ਜਾਂ ਕਿਸੇ ਨਾਲ ਕਰਦੇ ਜਾਂ ਮੁਰਸ਼ਿਦ ਨਾਲ ਕਰਦੇ ਹਾਂ, ਅਸੀਂ ਰੱਬ ਦੀਆਂ ਸ਼ਿਕਾਇਤਾਂ ਨਹੀਂ ਲਾਉਂਦੇ। ਯਾਰ ਮੇਰੇ ਕੋਲ ਪੈਸੇ ਹੈ ਨਹੀਂ, ਯਾਰ ਮੈਨੂੰ ਬੁਖਾਰ ਚੜ੍ਹਿਆ ਵਾ, ਯਾਰ ਮੇਰੇ ਘਰ ਦੇ ਹਾਲਾਤ ਸਹੀ ਨਹੀਂ, ਯਾਰ ਮੇਰੀ ਸ਼ਾਦੀ ਨਹੀਂ ਹੁੰਦੀ, ਯਾਰ ਮੇਰੇ ਬੱਚੇ ਨਹੀਂ ਹੁੰਦੇ। ਕਿਹਦੀ ਸ਼ਿਕਾਇਤ ਹੈ? ਉਸੇ ਰੱਬ ਦੀ। ਕਿਹਦੇ ਅੱਗੇ ਲਾਉਣੇ? ਉਹਦੇ ਬੰਦਿਆਂ ਦੇ ਅੱਗੇ ਲਾਉਣੇ। ਉਹ ਬੰਦੇ ਕੋਈ ਉਹਦੇ ਤੋਂ ਉੱਪਰ ਆ? ਉਹਨੂੰ ਨਹੀਂ ਮਨਾਉਣਾ ਜਿਹੜਾ ਸਾਡੇ ਅੰਦਰ ਬੈਠਾ ਹੈ। ਔਰ ਕੰਪਲੇਨ ਬਕਸ ਸਾਡਾ ਖੁੱਲ੍ਹਾ ਰੱਬ ਵਾਸਤੇ, ਇਹ ਵੀ ਹੈ ਨਹੀਂ, ਇਹ ਵੀ ਹੈ ਨਹੀਂ, ਉਹ ਵੀ ਹੈ ਨਹੀਂ, ਇਹ ਵੀ ਹੈ ਨਹੀਂ, ਉਹ ਵੀ ਹੈ ਨਹੀਂ। ਜਿਹੜਾ ਕੁਛ ਦਿੱਤਾ ਹੋਇਆ ਉਹਦਾ ਤਾਂ ਸ਼ੁਕਰਾਨਾ ਕਰੋ। ਅੱਖਾਂ ਦੀ ਬਣਾਈ ਉਹ ਲੈ ਲਵੇ, ਦੱਸੋ ਬੰਦਾ ਕਿਸ ਕੰਮ ਦਾ ਵਾ? ਇਹਦਾ ਹੀ ਸਾਰੀ ਉਮਰ ਸ਼ੁਕਰਾਨਾ ਕਰੋ ਤਾਂ ਮੁੱਕਦਾ ਨਹੀਂ ਗਾ। ਕੰਨਾਂ ਤੋਂ ਬਹਿਰਾ ਕਰ ਦੇਵੇ, ਕੀ ਸੁਣੋਗੇ ਦੁਨੀਆ ਦੀ ਗੱਲ? ਕੀ ਗਾਣੇ ਸੁਣੋਗੇ? ਕੁਛ ਵੀ ਨਹੀਂ। ਸਾਂਸ ਨੂੰ ਤੁਹਾਡੇ ਨੂੰ ਕੁਛ ਹੋ ਜਾਵੇ, ਕੀ ਕਰੋਗੇ? ਜ਼ਿੰਦਗੀ ਹੈ ਜੀਰਨ। ਲੱਤ ਬਾਂਹ ਕੋਈ ਫ੍ਰੈਕਚਰ ਹੋ ਜਾਵੇ, ਕੀ ਕਰੋਗੇ? ਲੰਗੇ ਟੁਰੋਗੇ। ਸਾਰੀ ਉਮਰ ਦਾ ਅਜ਼ਾਬ। ਜਿਹੜੀਆਂ ਸਾਡੇ ਕੋਲ ਚੀਜ਼ਾਂ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ, ਅਤੇ ਜਿਹੜੀਆਂ ਅਸੀਂ ਲੋਕਾਂ ਵੱਲ ਦੇਖ ਕੇ ਕਹਿੰਦੇ ਹਾਂ ਉਹਦਾ ਅਸੀਂ ਕਹਿੰਦੇ ਹਾਂ ਜੀ ਸਾਡੇ ਕੋਲ ਫਲਾਣੀ ਸ਼ੈ ਨਹੀਂ, ਸਾਡੇ ਕੋਲ ਫਲਾਣੀ ਸ਼ੈ ਨਹੀਂ, ਸਾਡੇ ਕੋਲ ਫਲਾਣੀ ਸ਼ੈ ਨਹੀਂ। ਇਹ ਤੁਹਮਤ ਆ ਰੱਬ ਦੇ ਉੱਤੇ, ਇਹ ਸ਼ਿਕਾਇਤ ਆ ਰੱਬ ਦੀ। ਉਹਨੇ ਹਰ ਬੰਦੇ ਦੀ ਕਿਸਮਤ, ਬਲਕਿ ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀ, ਉਹ ਇਹਦੇ 15,000 ਸਾਲ ਮੈਂ ਪਹਿਲੇ ਲਿਖ ਦਿੱਤੀਆਂ ਸੀ ਕਿਸਮਤਾਂ, ਲੇਕਿਨ ਬਣਾ ਕੇ ਅਸੀਂ ਆਏ ਹਾਂ, ਰੋਜ਼ ਬਣਾ ਰਹੇ ਹਾਂ। ਇੱਕ ਨੇ ਤਾਂ ਮਿਸਾਲ ਦਿੱਤੀ ਹੈ ਕਿ ਕੁੱਤਾ ਰੋਟੀ ਲੈ ਕੇ ਜਾ ਰਿਹਾ ਸੀਗਾ, ਦੂਜੇ ਕੁੱਤੇ ਨੂੰ ਦੇਖ ਕੇ ਭੌਂਕਿਆ, ਤਾਂ ਜਿਹੜੀ ਪਹਿਲੀ ਸੀ ਨਾ ਉਹ ਵੀ ਥੱਲੇ ਗਿਰ ਗਈ ਪਾਣੀ ਦੇ ਵਿੱਚ। ਅਸੀਂ ਆਪਣੀ ਤਬਾਹੀ ਖੁਦ ਆਪਣੇ ਆਪ ਹੀ ਕਰ ਰਹੇ ਹਾਂ। ਜਿਹੜਾ ਕੁਛ ਦਿੱਤਾ ਸਾਨੂੰ ਉਹਦਾ ਸ਼ੁਕਰਾਨਾ ਨਹੀਂ ਆਂਸੂਆਂ ਨਾਲ ਕਿ ਮੇਰੇ ਮੌਲਾ ਤੇਰਾ ਸ਼ੁਕਰ ਹੈ, ਮੈਨੂੰ ਤੰਦਰੁਸਤੀ ਤਾਂ ਹੈਗੀ ਆ। ਇਸ ਤਰ੍ਹਾਂ ਸ਼ੇਖ ਸਾਦੀ ਦਾ ਇੱਕ ਵਾਕਿਆ ਹੁੰਦਾ ਹੈ,
कि उन्होंने बादशाह ने सुनेहा भेजिया, शायर सीगा, कि मेरी आन के मजलिस विच ते शायर पढ़। उन्हें जिहड़ा आया सीगा उन्हें अपने देखिया मेरी जुत्ती भी नहीं चंगी, मेरे कपड़े भी नहीं चंगे, मैं बादशाह की मजलिस च जाना वा। उन्हें इनकार कर दिता। जो इनकार किया तो सवेर नूं बाहर एक बंदा गुब्बारे बैलून बेच रहा सीगा, तो सदा ला रहा सी, सपने ले लो, सपने ले लो। बाहर दरवाजे ते आया तो वह एक हत्थ ते एक बांह ना होवे, लेकिन बड़ी खुशी नाल डगोरी फड़ी होवे, पगाने बेच रहा होवे। उन्हें उहदे को गया, उन्हें कहा ये सपने सपने तू की लाई हुई है भी, सपने बेच। कहते कि जेड़े बच्चे होंदे ने छोटे, वो मेरे को लैके जाते हैं, मैनू पैसे दे के जाते हैं, तो बड़े खुश फिरदे ने, रात ख्वाब विच भी वो खुश रहते हैं। घर आया तो बड़ा पिछेमान होया कि यदी एक लत्त भी है नहीं, एक बांह भी है नहीं, तो इतना खुश फिरन दिया, तो मैनू बादशाह ने बुलाया तो मेरी सिर्फ जुत्ती टुटी सी, तो कपड़े थोड़े जे पाटे सी, तो मैं इतना नहीं शुकरा निकलिया, तो मैं उदों दा ही मलान अपने आप नूं कर रहा कि तेरे को फलानी शै है नहीं। साडे सारिਆਂ ਦਾ भी यही हाल है, ਜਿਹੜੀਆਂ चीज़ां सानू मिलियां ਉਹਦਾ शुकराना नहीं। ਜਿਹੜਾ भी शुकराना करेगा ਉਹਨੂੰ ਅੱਗੇ शाबाश भी होर मिलती है, चीज़ां भी होर मिलदियां वा, बिन मांगे तो मिलदियां वा। तो ਜਦੋਂ ਅਸੀਂ शुकराने ਦਾ एलीमेंट अपने अंदरों कढ़ दिंदे आ तो शिकायत का एलीमेंट साडा आ जाता है, फिर उसे कुत्ते वांगू हाल हुंदा है कि ਜਿਹੜੇ मूँह का गरां हुंदा साडा वो भी थले डिग जाता वा। इस वास्ते सानू शुकराना भी हर वेले करना चाहिए। अगे कहते ने कि मैनू अपनी खबर ना कही, की जाना मैं कित गुआई, ये गल क्यों कर छुपे छुपाई, हुण होया फजल कमाल नहीं, घड़ियाली दो निकाल नहीं, अज पी घर आया लाल नहीं। कहते मेरे महबूब मेरे घर आ, तो घड़ियाली वजाउण वालिया तू विचों अपने आप नूं कढ ला, मैनू अपनी सुध बुध नहीं, कोई खबर नहीं, मैनू मालूम नहीं, तां मैं अपने हवास खो बैठा हाँ। जद अल्लाह का फजल मेरे ते होया तो मेरी रूह सिमट के उपर आई, तो जिसम खाली हो गया, तो लोग कहते ने कि इनू की होया है, कहते ने भला कदों गल छुप छुपा सकती है कि इनू मस्ती कद ना चढ़ी है, वो तो सारिया दी नज़रां च आ जाएगा। मुर्शद साडा रूहानीयत का उतना ही पहलू खोलता है, उसनूं साडा पता है किहदे कोलों लैना इसने, किहदे कोलों देना उसने। जद दी दुनिया बनी है उस वक्त का बोझ रूहां दे उत्ते है, वो सानू कैदखाने चों कढाउण वास्ते आया, छडाउण वास्ते आया। साडी बीवी, साडे बच्चे, साडे पड़ोसी, साडा मजहब, साडा मुल्क, असी एवें नहीं उत्थे पैदा हुंदे, उत्थे असी लैना भी है, असी देना भी है। ये तो मुर्शद सोने की मेहरबानी हुंदी है कि नाल नाल साडा उधार भी चुकाउंदा है। उधार है, ये पैसे वाला उधार नहीं है, ये जिन्हों असी गाल कढ़ी है को गाल खानी है, जिन्हों असी धक्का दिता उन्हें धक्का सानू देना है, चाहे वह बीवी बन के आए, चाहे पुत्र बन के आए, चाहे पड़ोसी बन के आए, चाहे कुछ भी बन के आए हो। ये जदों भी साडी अख खुलेगी दूसरे मुकाम ते जावांगे, लौहे महफूज से अपने खाते देखांगे, फिर जाके उत्थे तोबा तैब इंसान हुंदा कि मालिक मेरे मुर्शद तू ही कढ़ ला, इन्ना मैं किवें भुगतांगा इस सब कुछ। हुण असीं की कहने आ, सानू कुछ भी कोई थोड़ा जिहा कोई गाली कढ़ दे, कोई मंदा कढ़ दे, कोई कर दे, असीं फौरन जवाब दिंदे आ। वो जिहड़ा भार उतरना सीगा वो होर चढ़ रहा वा। उधरों असीं कहने कि नहीं, साडी बीवी है, साडे बच्चे है। ना बई, ये उधार लैणे वाले आए हुए ने, कोई देण वाले आए ने, कोई लैण वाले आए हुए ने। ये कर्ज खुआ ने, असीं उन्हां दे कर्ज खुआ वां, कोई साडे कर्ज खुआ ने। ऐसे कर्ज दा जिसदा सानू पता ही नहीं हैगा। और इस जहान वाले ने दुआ मंगी हुई है कि किसी रूह नूं पता ना लगे मैं पहले कित्थे सी ते कित्थे जाना मैं, और ना इसनूं अपनी जिंदगी का पता लगे कि मैं कितने सांस इस दुनिया ते लैणे ने। असी उस खाते विच जिहड़ा कि कुरान शरीफ जिक्र आउंदा है सूरत मुदस्सिर, सूरत तूर विच, कि हर रूह, हर जानदार अपने अमाल दे बदले ना गरीबी भी है, गिरफ्तार भी है। हुण इतनी लताफत नाल साडी हथकड़ियां लगियां, पैरां च बेड़ियां लगियां होईयां कि वो सानू इन्हां अखां नाल नज़र नहीं आउंदियां।
ਮੁਰਸ਼ਿਦ ਆਉਂਦੇ ਨੇ, ਉਹ ਦੱਸਦੇ ਨੇ ਮੇਰੇ ਬੱਚੇ, ਮੇਰੇ ਬੇਟੇ, ਮੇਰੇ ਬੇਟੀ, ਤੁਹਾਡੇ ਹੱਥ ਘੜੀਆਂ ਲੱਗੀਆਂ ਹੋਈਆਂ ਵਾ। ਉਹਨਾਂ ਤੋਂ ਆਜ਼ਾਦੀ ਦੇਣ ਵਾਸਤੇ ਆਇਆ। ਉਹ ਆਪਣੀ ਬੰਦਗੀ ਦੇ ਕੇ ਸਾਨੂੰ ਆਜ਼ਾਦ ਕਰਾਉਂਦੇ ਨੇ। ਅਸੀਂ ਫਿਰ ਦੁਨੀਆ ਮੰਗਦੇ ਹਾਂ ਇੱਥੇ ਫਸਣ ਵਾਸਤੇ। ਜੇ ਮੁਰਸ਼ਿਦ ਕਹਿੰਦਾ ਬੇਟਾ ਕੋਈ ਬਾਤ ਨਹੀਂ, 4 ਦਿਨ ਦੀ ਬਿਮਾਰੀ ਹੈ, ਚਲੇ ਜਾਏਗੀ, ਅਸੀਂ ਉਸ ਗੱਲ 'ਤੇ ਵੀ ਯਕੀਨ ਨਹੀਂ ਹੈ ਸਾਡਾ, ਕਿ ਉਹਨੂੰ ਪਤਾ ਇਹਦਾ ਕਰਜ਼ਾ ਉਤਰ ਰਿਹਾ ਵਾ। ਇਹ ਬੰਦਗੀ ਤਾਂ ਕਰਦਾ ਨਹੀਂ, ਚਲੋ ਬਿਮਾਰੀ ਦੇ ਜ਼ਰੀਏ ਦਾ ਕਰਜ਼ਾ ਉਤਾਰ ਦੇਵੋ। ਹਜ਼ਰਤ ਈਸਾ ਅਲੈਹਿ ਸਲਾਮ ਨੇ ਵੀ ਆਪਣੀ ਬੁੱਕ 'ਚ ਲਿਖਿਆ ਹੈ ਕਿ ਮੈਂ ਇੱਥੇ ਗਿਰਵੀ ਹਾਂ, ਲੇਕਿਨ ਮੈਨੂੰ ਇਹ ਨਹੀਂ ਪਤਾ ਚੱਲਿਆ ਕਿ ਮੈਨੂੰ ਗਿਰਵੀ ਕਰਨ ਵਾਲਾ ਕੌਣ ਹੈਗਾ, ਗਿਰਵੀ ਕਰਨ ਵਾਲਾ। ਤੇ ਮੁਰਸ਼ਿਦ ਆਉਂਦੇ ਨੇ, ਉਹ ਦੱਸਦੇ ਨੇ ਕਿ ਅਸੀਂ ਨੈਗੇਟਿਵ ਪਾਵਰ ਦੇ, ਸ਼ੈਤਾਨ ਦੇ ਪੰਜੇ ਵਿੱਚ ਆਏ ਹੋਏ ਹਾਂ। ਉਹਨੇ ਸਾਨੂੰ ਗਿਰਵੀ ਬਣਾਇਆ ਹੋਇਆ ਵਾ ਕਿ ਮੇਰਾ ਇੰਨਾ ਮਾਲ ਇੱਥੇ ਰੱਖੇਗਾ ਜਾਂ ਫਿਰ ਇੰਨੀ ਬੰਦਗੀ ਮੈਨੂੰ ਦੇ ਕੇ ਜਾਏਗਾ। ਤੇ ਫਿਰ ਮੁਰਸ਼ਿਦ ਕੌਣ ਹੈ? ਸਾਡਾ ਜ਼ਮਾਨਤੀ ਹੈ। ਉਹ ਆਪਣੇ ਹੀ ਜ਼ਮਾਨਤ ਦਿੰਦਾ ਹੈ ਉਹਨੂੰ ਕਿ ਨਹੀਂ, ਇਹ ਮੇਰਾ ਬੱਚਾ ਵਾ, ਇਹ ਮੇਰਾ ਪੁੱਤਰ ਆ, ਇਹਦੀ ਮੈਂ ਜ਼ਮਾਨਤ ਦਿੰਦਾ ਵਾਂ, ਇਹ ਹੁਣ ਅੱਗੇ ਤੋਂ ਚੰਗੇ ਕੰਮ ਕਰੇਗਾ, ਇਹ ਤੇਰਾ ਉਧਾਰ ਵੀ ਲਾਏਗਾ ਬੰਦਗੀ ਕਰ ਕਰਕੇ। ਅਸੀਂ ਉਹਦਾ ਕਹਿਣਾ ਨਹੀਂ ਮੰਨਦੇ, ਕਿਉਂਕਿ ਸਾਨੂੰ ਦੀਵਾਰ ਦੇ ਪਾਰ ਕੁਛ ਦਿਸਦਾ ਨਹੀਂ, ਤੇ ਬਾਤਨ 'ਚ ਕਿਵੇਂ ਦਿਸੇਗਾ ਜਾ ਕੇ। ਇਹਦਾ ਇੱਕੋ ਹੀ ਹੱਲ ਸੀਗਾ ਕਿ ਅਸੀਂ ਮੁਰਸ਼ਿਦ ਦਾ ਹੁਕਮ ਮੰਨਦੇ, ਉਹਦੇ ਤੈਅ ਕਹਿ ਦੇ ਮੁਤਾਬਕ ਬੰਦਗੀ ਕਰਦੇ, ਸਾਨੂੰ ਸਾਡੀ ਰੂਹ ਇੰਡੀਪੈਂਡੈਂਟ ਹੋ ਜਾਂਦੀ, ਆਜ਼ਾਦ ਹੋ ਜਾਂਦੀ। ਇਹ ਆਪਣੇ ਮੁਲਕ ਜਿੱਥੋਂ ਆਈ ਸੀ ਉੱਥੇ ਜਾ ਕੇ ਇਹਨੇ ਖੁਸ਼ ਹੋਣਾ, ਵਗਰਨਾ ਕਿਤਨੇ ਵੀ ਜਿਸਮ ਬਦਲ ਲਵੇ, ਕਿਤਨੀ ਵੀ ਦੁਨੀਆ 'ਚ ਰਹਿ ਜਾਵੇ, ਕਦੀ ਖੁਸ਼ ਨਹੀਂ ਹੋ ਸਕਦੇ। ਇਸ ਵਾਸਤੇ देखो दुनिया से कोई इंसान खुश है नहीं, न दौलत से, न दुनिया से, न घर आबाद करने से। तसल्ली दिल को होती है खुदा की याद करने से। ਜਿਹਦਾ ਵੀ ਅਸੀਂ ਨਾਮ ਲੈਣਾ ਉਹਦਾ ਰੂਪ ਬਣਦੇ ਜਾਂਦੇ ਹਾਂ। ਅਸੀਂ ਦੁਨੀਆ ਦਾ ਨਾਮ ਲੈ ਲੈ ਕੇ ਦੁਨੀਆ ਦਾ ਰੂਪ ਬਣ ਗਏ ਹਾਂ। ਕਿਸੇ ਨਾਲ ਵੀ ਗੱਲ ਕਰੋ ਦੁਨੀਆ ਦੀ ਹੋ ਰਹੀ ਹੈ, ਕੋਈ ਅੱਲਾ ਦੀ ਗੱਲ ਨਹੀਂ ਕਰਦਾ। ਹਾਲਾਂਕਿ ਆਏ ਵੀ ਉੱਥੋਂ ਆ, ਜਾਣਾ ਵੀ ਉਹਦੇ ਕੋਲ ਹੈ। ਲੇਕਿਨ ਦੇਖੋ ਸਾਰਾ ਦਿਨ ਤੁਸੀਂ ਵੀ ਦੇਖਦੇ, ਮੈਂ ਵੀ ਦੇਖਦੇ, ਕੀ ਗੱਲਾਂ ਹੋ ਰਹੀਆਂ ਵਾ। ਕਿਉਂ ਲੋਕ ਗਾਰਾਂ 'ਚ ਗਏ ਦੁਨੀਆ ਨੂੰ ਛੱਡ ਕੇ? ਕਿਉਂ ਲੋਕਾਂ ਨੇ ਪੱਥਰ ਬੰਨੇ? ਕਿਉਂ ਜ਼ਿੰਦਗੀਆਂ ਪਹਾੜਾਂ 'ਚ, ਪਾਣੀਆਂ 'ਚ ਗੁਜ਼ਾਰ ਦਿੱਤੀ? ਉਹਨਾਂ ਲੋਕਾਂ ਨੂੰ ਇਹ ਪਤਾ ਸੀਗਾ ਕਿ ਅਸੀਂ ਜਿੰਨਾ ਵੀ ਬੋਲਾਂਗੇ, ਜਿੰਨਾ ਵੀ ਕਿਸੇ ਨਾਲ ਅਟੈਚਮੈਂਟ ਜ਼ਿਆਦਾ ਰੱਖਾਂਗੇ, ਉਹਨਾਂ ਸਾਨੂੰ ਇਸ ਦੁਨੀਆ 'ਚ ਫਨਸਾਉਂਦੇ ਜਾਣਗੇ ਲੋਕ ਵੀ, ਔਰ ਸਾਡਾ ਮਨ ਵੀ। ਅਸੀਂ ਸੰਗੀਤ ਬਣ ਜਾਂਦੇ ਹਾਂ, ਲੇਕਿਨ ਸਾਨੂੰ ਇਬਤਦਾਈ ਤਲੀਮ ਦਾ ਹੀ ਨਹੀਂ ਪਤਾ ਕਿ ਅਸੀਂ ਇਸਮ ਆਜ਼ਮ ਕਿਉਂ ਲਿਆ ਵਾ, ਕਿਉਂ ਲੈਣਾ ਸੀਗਾ, ਕਿਉਂ ਮੁਰਸ਼ਿਦ ਜ਼ਰੂਰੀ ਆ। ਸਭ ਤੋਂ ਜ਼ਰੂਰੀ ਇਹ ਹੈ ਕਿ ਸਾਡੀ ਰੂਹ ਨੂੰ ਨਜਾਤ ਹੋਵੇ। hayya ala salah, hayya ala फलाह जाना खुद भी देंदे रह गए हैं, पढ़ते भी हैं कि बंदगी करने के लिए आओ, निजात पाने के लिए आओ। लेकिन पता किस तो निजात पानी नहीं, ये पता ही नहीं सानू है। असी अपने वजूद तो इस दुनिया तो निजात पावांगे तो फिर असी जा सकते हैं इत्थों। ਜਿਹੜਾ ਵੀ ਬੰਦਗੀ ਕਰਦਾ ਹੈ ਉਸ ਜ਼ਾਤ ਦੀ, ਉਹਦੇ ਵਿੱਚ ਮਸਤ ਰਹਿੰਦਾ ਹੈ, ਫਿਰ ਉਸ ਨੂੰ ਆਪਣੀ ਖਬਰ ਨਹੀਂ ਰਹਿੰਦੀ। ਇੱਕ ਬਜ਼ੁਰਗ ਦਾ ਲਿਖਿਆ, ਸ਼ੇਖ ਮੁਹੰਮਦ, ਕਹਿੰਦੇ ਇਤਨਾ ਮਹਵੀਅਤ 'ਚ ਜਾਂਦਾ ਸੀ ਕਿ ਆਪਣਾ ਨਾਂ ਹੀ ਭੁੱਲ ਜਾਂਦਾ ਸੀਗਾ ਕਿ ਮੇਰਾ ਨਾਂ ਕੀ ਹੈ, ਉਹ ਵੀ ਨਹੀਂ ਸੀ ਯਾਦ ਰਹਿੰਦਾ। ਇਵੇਂ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹੀ ਵਾਕਿਆ ਆਉਂਦਾ ਹੈ ਕਿ ਇਤਨੇ ਬੰਦਗੀ 'ਚ, ਨਮਾਜ਼ 'ਚ, ਮਹਵੀਅਤ 'ਚ, ਇਸਤਗਰਾਕ 'ਚ ਚਲੇ ਗਏ ਸਨ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਬੀਵੀ ਆਇਸ਼ਾ ਆਈ, ਆਵਾਜ਼ ਦਿੱਤੀ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ, ਆਵਾਜ਼ਾਂ ਦਿੰਦੀ ਰਹਿ ਗਈ। ਤੇ ਫਿਰ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ, ਕੌਣ ਹੈ? ਹਾਲਾਂਕਿ ਬੀਵੀ ਦੀ ਆਵਾਜ਼ ਨਹੀਂ ਪਛਾਣ ਹੁੰਦੀ। ਫਿਰ ਕਿਹਾ ਜੀ ਮੈਂ ਆਇਸ਼ਾ ਹੂੰ। ਕਹਿੰਦੀ ਆਇਸ਼ਾ ਕੌਣ ਹੈ? ਬੜੀ ਘਬਰਾਈ ਬਈ ਕਿਆ ਹੋ ਗਿਆ ਇਹਨਾਂ ਨੂੰ। ਕਹਿੰਦੇ ਜੀ ਮੈਂ ਅਬੂ ਬਕਰ ਦੀ ਬੇਟੀ ਹਾਂ। ਕਹਿੰਦੇ ਅਬੂ ਬਕਰ ਕੌਣ ਹੈ? ਫਿਰ ਘਬਰਾਈ, ਉਹਨੇ ਕਿਹਾ ਅਬੂ ਕਾਫਾ ਦਾ ਬੇਟਾ ਹੈ। ਕਹਿੰਦੇ ਅਬੂ ਕਾਫਾ ਕੌਣ ਹੈ? ਫਿਰ ਚੁੱਪ ਕਰਕੇ ਚਲੇ ਗਈ, ਕਿਉਂਕਿ ਬੰਦਗੀ ਤੋਂ ਕਿ ਜਿਹੜੀ ਇੱਕ ਦਫਾ ਇੱਕ ਜਗ੍ਹਾ 'ਤੇ ਲੱਗਣ ਲੱਗ ਜਾਏ। ਅਸੀਂ ਇਹ ਨਹੀਂ ਕਿ ਮੌਲਵੀ ਨਹੀਂ ਪੜ੍ਹਦੇ ਇਹ ਹਦੀਸਾਂ ਜਾਂ ਬੁੱਕਾਂ 'ਚ ਨਹੀਂ ਲਿਖੀਆਂ ਹੋਈਆਂ, ਨਹੀਂ, ਅਸੀਂ ਕਦੀ ਗੌਰ ਹੀ ਨਹੀਂ ਕੀਤਾ ਕਿ ਕੋਈ ਐਸੀ ਬੰਦਗੀ ਵੀ ਹੁੰਦੀ ਹੈ
ਜਾਂ ਹਜ਼ਰਤ ਅਲੀ ਕਰਮ ਅੱਲਾ ਵਜੋਂ ਦਾ ਜ਼ਿਕਰ ਆਉਂਦਾ ਹੈ ਕਿ ਪਿੰਡਲੀ 'ਚ ਤੀਰ ਲੱਗਾ ਤੇ ਉਹਨੇ ਕਿਹਾ ਠਹਿਰੋ ਮੈਨੂੰ ਨਮਾਜ਼ ਨਹੀਂ ਤੇ ਲੈਣ ਦਿਓ। ਕਿਉਂ ਕੈਸੀ ਨਮਾਜ਼ ਉਹ ਪੜ੍ਹਦੇ ਸਨ, ਵਜੂਦ ਨੂੰ ਖਾਲੀ ਕਰ ਦਿੰਦੇ ਸਨ ਕਿ ਵਜੂਦ ਦੀ ਕੋਈ ਖਬਰ ਨਹੀਂ ਸੀ ਹੁੰਦੀ। ਨਮਾਜ਼ ਨਹੀਂ ਸੀ, ਤੀਰ ਖਿੱਚਿਆ, ਖੂਨ ਵੀ ਵਗਿਆ, ਰੂਹ ਵਾਪਸ ਆਈ, ਪੁੱਛਿਆ ਖੂਨ ਕਿਹਦਾ, ਕਹਿੰਦੇ ਤੁਹਾਡਾ, ਕਹਿੰਦੇ ਮੈਨੂੰ ਤਾਂ ਨਹੀਂ ਪਤਾ। ਇੱਕ ਦੀਆਂ ਸਜਦੇ 'ਚ 7 ਉਂਗਲੀਆਂ ਕੱਟ ਦਿੱਤੀਆਂ ਦੁਸ਼ਮਣ ਨੇ, ਉਹ ਵੀ ਸਾਬੀ ਸੀਗਾ, ਉਹਨੂੰ ਕੋਈ ਪਤਾ ਨਹੀਂ ਮੇਰੀਆਂ ਉਂਗਲੀਆਂ ਕੱਟ ਹੋਈਆਂ। ਹੁਣ ਸਾਨੂੰ ਨਮਾਜ਼ ਦਾ ਸਾਰੇ ਜਿੰਨੇ ਮਸਜਿਦ 'ਚ ਖੜੇ ਹੁੰਦੇ ਉਹਨਾਂ ਦਾ ਵੀ ਪਤਾ, ਬਾਹਰ ਆਵਾਜ਼ ਕੋਈ ਆ ਰਹੀ ਉਹਦਾ ਵੀ ਪਤਾ, ਸਾਰਾ ਕੁਛ ਪਤਾ ਹੈਗਾ। ਇਹ ਕਿਉਂ ਵਾਕਿਆਤ ਲਿਖੇ ਹੋਏ ਨੇ? ਸਾਡੇ ਵਾਸਤੇ ਲਿਖ ਕੇ ਗਏ ਹੋਏ ਨੇ ਕਿ ਨਮਾਜ਼ਾਂ ਕੈਸੇ ਪੜ੍ਹਨੀਆਂ, ਉਸ ਜ਼ਾਤ ਦੀ ਬੰਦਗੀ ਕੈਸੇ ਕਰਨੀ ਹੈ। ਅੱਗੇ ਕਹਿੰਦੇ ਨੇ ਕਿ ਬਿੱਲਾ ਸ਼ੌ ਦੀ ਸੇਜ ਪਿਆਰੀ, ਨੀ ਮੈਂ ਤਾਰਨ ਹਾਰੇ ਤਾਰੀ, ਕਿਵੇਂ ਕਿਵੇਂ ਹੁਣ ਆਈ ਬਾਰੀ, ਹੁਣ ਵਿਛੜਨ ਹੋਇਆ ਮਹਾਲ ਨੀ, ਘੜਿਆਲੀ ਦਿਓ ਨਿਕਾਲ ਨੀ, ਅੱਜ ਪੀ ਕਰ। ਹੁਣ ਕਹਿੰਦੇ ਨੇ ਕਿਵੇਂ ਕਿਵੇਂ ਮੇਰੀ ਹੁਣ ਆਈ ਬਾਰੀ। ਅਸੀਂ ਅੱਜ ਦੀਆਂ ਰੂਹਾਂ ਨਹੀਂ ਆਈਆਂ। ਸਾਇੰਸਦਾਨਾਂ ਨੇ ਲਿਖਿਆ ਕਿ 17 ਅਰਬ ਸਾਲ ਹੋ ਗਏ ਇਸ ਜਹਾਨ ਨੂੰ ਬਣੇ ਹੋਏ ਨੂੰ, ਜਿਹਦੀ ਅਸੀਂ ਕਿਆਮਤ ਨੂੰ ਹਰ ਰੋਜ਼ ਹੀ ਉਡੀਕਦੇ ਹਾਂ। ਅਤੇ ਉਹਦੇ ਵਿੱਚ ਕਿੰਨੇ ਇਨਸਾਨ ਨੇ ਜਿਹਨਾਂ ਨੂੰ ਇਹ ਪਤਾ ਲੱਗਦਾ ਪਿਆ ਹੈ ਕਿ ਅਸੀਂ ਵਾਪਸ ਜਾਣਾ, ਜਾਂ ਮੈਂ ਵਜੂਦ ਨੂੰ ਛੱਡ ਕੇ ਰੂਹ ਨੂੰ ਆਜ਼ਾਦ ਲਾਉਣੀ ਹੈ। ਬੁੱਲੇ ਸ਼ਾਹ ਸਾਹਿਬ ਕਹਿੰਦੇ ਕਿਵੇਂ ਕਿਵੇਂ ਮੇਰੀ ਵਾਰੀ ਆਈ। ਕਹਿੰਦੇ ਇਸ ਦੁਨੀਆ 'ਚ ਇਤਨੀ ਦੇਰ ਹੋ ਗਿਆ ਤਾਂ ਹੁਣ ਮੇਰੀ ਵਾਰੀ ਆਈ ਹੈ, ਇੱਥੋਂ ਮੈਂ ਦੁਨੀਆ 'ਚੋਂ ਨਿਕਲ ਜਾਵਾਂ। ਅਤੇ ਕਹਿੰਦੇ ਹੁਣ ਮੈਂ, ਮੇਰਾ ਪੀਆ ਅਤੇ ਮੈਂ ਇੱਕੋ ਹੀ ਸੇਜ ਦੇ ਉੱਤੇ ਅਸੀਂ ਹੈਗੇ ਆ। ਉਸਨੂੰ ਖਾਮਦ ਬਣਾਇਆ ਹੈ, ਆਪਣੇ ਆਪ ਨੂੰ ਔਰਤ ਬਣਾਇਆ ਹੈ ਕਿ ਅਸੀਂ ਇੱਕੋ ਹੀ ਸੇਜ 'ਤੇ ਜੇ ਮੀਆਂ ਬੀਵੀ ਹੁੰਦੇ, ਅਸੀਂ ਕਹਿੰਦੇ ਐਵੇਂ ਹੁਣ ਹੋ ਗਏ ਆ। ਹੁਣ ਉਹਦੇ ਵਿੱਚ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ, ਹੁਣ ਹੀਰ ਨਾ ਆਖੋ ਕੋਈ। ਕਹਿੰਦੇ ਹੁਣ ਮੈਂ ਤੇ ਮੇਰਾ ਮੁਰਸ਼ਿਦ ਜੁਦਾ ਨਹੀਂ ਹੋਵੇ, ਅਤੇ ਮੈਨੂੰ ਫਨਾਫਲ ਸ਼ੈਖ ਅਤੇ ਉਹਨੇ ਆਪਣੇ ਵਿੱਚ ਵਾਸਲ ਕਰਕੇ ਅਤੇ ਰੱਬ ਵਿੱਚ ਵਾਸਲ ਕਰ ਦਿੱਤਾ ਹੈ। ਅਤੇ ਆਖਰ 'ਤੇ ਦੁਆ ਹੈ ਉਸ ਮਾਲਿਕ ਕੁਲ ਦੇ ਅੱਗੇ, ਰੱਬਿਲ ਆਲਮੀਨ ਦੇ ਅੱਗੇ, ਅਤੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਰਹਿਮਤੁਲ ਆਲਮੀਨ ਦੇ ਅੱਗੇ, ਅਤੇ ਜਿੰਨੇ ਵੀ ਪੀਰ ਪੈਗੰਬਰ ਔਲੀਆ ਅੱਜ ਦਿਨ ਤੱਕ ਆਏ ਨੇ ਉਹਨਾਂ ਸਾਰਿਆਂ ਦੇ ਅੱਗੇ, ਅਤੇ ਖਾਸ ਕਰ ਆਪਣੇ ਮੁਰਸ਼ਿਦ ਦੇ ਕਦਮਾਂ 'ਤੇ ਸਿਰ ਰੱਖ ਕੇ, ਜਿਨ੍ਹਾਂ ਨੇ ਮੇਰੀ ਤਰਬੀਅਤ ਕੀਤੀ ਹੈ ਅਤੇ ਮੇਰੇ 'ਤੇ ਰਹਿਮਤ ਕੀਤੀ ਹੈ, ਅਤੇ ਮੇਰੇ ਜ਼ਰੀਏ ਤੁਹਾਡੇ ਸਾਰਿਆਂ 'ਤੇ ਵੀ ਰਹਿਮਤ ਕਰ ਰਹੇ ਨੇ ਕਿ ਜਿਹੜਾ ਵੀ ਅਸੀਂ ਅੱਜ ਕਲਾਮ ਪੜ੍ਹਿਆ ਹੈ ਬਾਬਾ ਬੁੱਲੇ ਸ਼ਾਹ ਸਾਹਿਬ ਰਹਿਮਤੁல்லாਹ ਅਲੈਹ ਦਾ ਸੁਣਿਆ ਹੈ, ਉਹਨਾਂ 'ਤੇ ਅਮਲ ਕਰਨ ਦੀ ਤੌਫੀਕ ਦੇਣ, ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪਹਿਲੇ ਆਪਣੇ ਆਪ ਨੂੰ ਜਾਣੀਏ, ਆਪਣੇ ਰੱਬ ਨੂੰ ਪਹਿਚਾਣੀਏ, ਅਤੇ ਸਾਨੂੰ ਜਿਵੇਂ ਜਿਵੇਂ ਅਸੀਂ ਬੰਦਗੀ ਕਰਾਂਗੇ ਉਵੇਂ ਉਵੇਂ ਪਤਾ ਚੱਲੇਗਾ ਰੂਹਾਨੀਅਤ ਕੀ ਹੈ, ਮਾਰਫਤ ਕੀ ਹੈ, ਹਕੀਕਤ ਕੀ ਹੈ। ਅਤੇ ਅਸੀਂ ਵੀ ਜਿਵੇਂ ਇਹਨੇ ਕਿਹਾ ਘੜਿਆਲੀ ਦਿਓ ਨਿਕਾਲ ਨਹੀਂ, ਅਤੇ ਕਦੀ ਅਸੀਂ ਭੁੱਲ ਚੁੱਕ ਕੇ ਮੁਰਾਕਬੇ 'ਤੇ ਬਹਿ ਵੀ ਜਾਂਦੇ ਹਾਂ, ਅਤੇ ਅਸੀਂ ਵੀ ਬਾਰ ਬਾਰ ਘੜੀ ਵੱਲ ਦੇਖਦੇ ਹਾਂ, ਹੁਣ ਕਿੰਨੇ ਮਿੰਟ ਬਹਿ ਗਿਆ, ਤਾਂ ਹੁਣ ਕਿੰਨੇ ਘੰਟੇ ਬਹਿ ਗਿਆ। ਮਤਲਬ ਘੰਟੇ ਤਾਂ ਨਹੀਂ, ਮਿੰਟਾਂ ਦਾ ਹੀ ਹੁੰਦਾ ਕਿ ਸਾਨੂੰ ਵੀ ਬਾਰ ਬਾਰ ਘੜੀ ਨਹੀਂ ਦੇਖਣੀ ਚਾਹੀਦੀ। ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਡੀ ਰੂਹ ਕਿੱਥੇ ਤੱਕ ਸਿਮਟੀ ਹੈ, ਪਾਉਂਦਿਆਂ ਨਾਖਨਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਫਸੀ ਹੈ। ਅਸੀਂ ਕਿੰਨੇ ਰੋਜ਼ ਮਰਦੇ ਹਾਂ, ਕਿਉਂਕਿ ਜਿੰਨੀ ਰੂਹ ਸਿਮਟੇਗੀ ਓਨਾ ਹਿੱਸਾ ਸਾਡਾ ਜਿਸਮ ਦਾ ਮਰਦਾ ਜਾਏਗਾ। ਅਤੇ ਅਸੀਂ ਇੱਕ ਦਿਨ ਮੂਤੂ ਕਬਲਾ ਅੰਤਾ ਮੂਤੂ, ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਦੇ ਮੁਤਾਬਕ ਮਰ ਕੇ, ਅਤੇ ਇਨਸਾਨ ਪਹਿਲਾਂ ਆਪਣੇ ਆਪ ਨੂੰ ਜਾਣਦਾ ਹੈ, ਫਿਰ ਰੱਬ ਨੂੰ ਪਹਿਚਾਣਦਾ ਹੈ। ਅਤੇ ਇਹਦੇ ਵਾਸਤੇ ਅਸੀਂ ਪਹਿਲੇ ਫਨਾਫਲ ਵਜੂਦ ਹੋਵਾਂਗੇ, ਵਜੂਦ ਨੂੰ ਛੱਡਾਂਗੇ, ਫਿਰ ਫਨਾਫਲ ਸ਼ੈਖ ਹੋਵਾਂਗੇ, ਮੁਰਸ਼ਿਦ ਵਿੱਚ ਸਾਡੇ ਵਿੱਚ ਫ਼ਰਕ ਨਾ ਰਹਿ ਜਾਏ, ਫਿਰ ਫਨਾਫਲ ਰਸੂਲ ਹੋਵਾਂਗੇ, ਅਤੇ ਫਿਰ ਸਾਨੂੰ ਫਨਾਫਿल्ला ਕਰ ਦੇਣਗੇ। ਤਾਂ ਤੁਹਾਡੇ ਆਮਨ ਦਾ ਬਹੁਤ ਬਹੁਤ ਸ਼ੁਕਰੀਆ, ਤਾਂ ਕਿ ਸਾਡੀ ਇਹ ਦੁਨੀਆ ਵੀ ਸਮਝ ਜਾਏ, ਅਗਲੀ ਦੁਨੀਆ ਵੀ ਸਮਝ ਜਾਏ। ਵਮਾ ਅਲੈਨਾ ਇੱਲਾ ਅਲ ਬਲਾਗੁਲ ਮੁਬੀਨ।